हाँ जी, किद्दां सारे। सो किवें चलदी पई है सारिਆਂ ਦੀ ਪੰਜਾਬ ਪਟਵਾਰੀ ਦੀ ਤਿਆਰੀ। सो अज मैं ਤੁਹਾਡੇ ਲਈ ਲੈ ਕੇ ਆ ਰਿਹਾ ਜੀ ऑनलाइन क्लासेस 3 ਦਾ ਪਾर्ट 3। सो ਲੈਕਚਰ 3 ਆ ਰਿਹਾ। ਸਬਜੈਕਟ ਆਪਾਂ ਡਿਸਕਸ ਕਰਾਂਗੇ ਜੀ ਕੰਪਿਊਟਰ। ਸੋ ਜਿਹੜੇ ਸਟੂਡੈਂਟ ਨੇ ਫਸਟ 2 ਲੈਕਚਰ ਨਹੀਂ ਦੇਖੇ ਉਹ ਵੀ ਜ਼ਰੂਰ ਦੇਖ ਲਓ। ਸੋ ਪਹਿਲਾਂ ਦੇਖਦੇ ਹਾਂ ਜੀ ਵਧੀਆ ਵਧੀਆ ਕਮੈਂਟਸ ਕਿੰਨਾ ਦੇ ਆਏ ਆ, ਠੀਕ ਹੈ। ਸੋ ਸਭ ਤੋਂ ਪਹਿਲਾਂ ਆਇਆ ਜੀ ਅਮਨ ਰਾਵਤ, ਕਹਿ ਰਿਹਾ ਥੈਂਕ ਯੂ ਸਰ, ਯੋਰ ਟੀਚਿੰਗ ਵੇ ਇਜ਼ ਵੈਰੀ ਗੁੱਡ। ਜਸਵਿੰਦਰ ਜੀ ਕਹਿ ਰਹੇ ਨੇ ਨਾਈਸ ਕੁਐਸਚਨ ਸਰ, ਥੈਂक्स ਫॉर द ਇਨਫੋਰਮੇਸ਼ਨ ਵੀਡੀਓ। ਸੁਖਦੀਪ ਕਹਿ ਰਿਹਾ ਜੀ ਐਂਡਲੈਸ ਬ్రో। ਚਮਕੌਰ ਕਹਿ ਰਹੇ ਥੈਂਕਸ ਜੀ। ਹਰਪ੍ਰੀਆ ਕਹਿ ਰਹੀ ਹੈ ਗੁੱਡ ਇਨਫੋਰਮੇਸ਼ਨ। ਸੋ ਮੈਨੂੰ ਬਹੁਤ ਵਧੀਆ ਲੱਗਦਾ ਜਦੋਂ ਤੁਸੀਂ ਵਧੀਆ ਵਧੀਆ ਕਮੈਂਟ ਕਰਦੇ ਹੋ ਮੇਰੀ ਵੀਡੀਓ ਦੇ ਉੱਪਰ। ਸੋ ਵੱਧ ਤੋਂ ਵੱਧ ਕਮੈਂਟ ਕਰਿਆ ਕਰੋ, ਠੀਕ ਹੈ। ਕੋਈ ਸੁਜੈਸ਼ਨ ਹੁੰਦਾ ਸੁਜੈਸ਼ਨ ਦਿਆ ਕਰੋ, ਠੀਕ ਹੈ। ਸੋ ਅੱਜ ਆਪਾਂ ਸਟਾਰਟ ਕਰਦੇ ਹਾਂ, ਚਲੋ ਫਿਰ ਲੈਕਚਰ 3, ਠੀਕ ਹੈ ਜੀ। ਸੋ ਥੈਂਕ ਯੂ ਸੋ ਮਚ ਫॉर ऑल ਡੀਅਰ ਵਨਸ। ਸੋ ਦੇਖਦੇ ਹਾਂ ਜੀ ਫਸਟ ਕੁਐਸਚਨ। ਸੋ ਸਭ ਤੋਂ ਪਹਿਲਾ ਕੁਐਸਚਨ ਹੈਗਾ ਜੀ ਵਟ ਇਜ਼ ਦ ਨੇਮ ਗਿਵਨ ਟੂ ਦਾ ਡਿਵਾਈਸ ਦੈਟ ਕਨਵਰਟ ਬਿਟਵੀਨ 2 ਡਿਫਰੈਂਟ ਟਾਈਪਸ ਆਫ ਟਰਾਂਸਮਿਸ਼ਨਸ ਫॉर ਇੰਟਰੋਪਰੇਸ਼ਨਸ, ਠੀਕ ਹੈ ਜੀ। ਇੰਟਰੋਪਰੇਸ਼ਨਸ ਕਹਿੰਦੇ ਉਸ ਡਿਵਾਈਸ ਦਾ ਤੁਸੀਂ ਨਾਮ ਦੱਸਣਾ ਹੈ, ਠੀਕ ਹੈ। ਡਿਵਾਈਸ ਦਾ ਨਾਮ ਦੱਸਣਾ ਹੈ ਜਿਹੜਾ ਕਿ ਇਹ ਸਿਗਨਲਸ ਨੂੰ ਕਨਵਰਟ ਕਰ ਦਿੰਦਾ ਅਗਰ ਡਿਫਰੈਂਟ ਟਾਈਪ ਆਫ ਦੇ ਟਰਾਂਸਮਿਸ਼ਨਸ ਹੁੰਦੀਆਂ ਨੇ ਫॉर ਦਾ ਇੰਟਰਪਰੇਸ਼ਨ। ਇੱਕ ਕਹਿੰਦੇ ਲੈਨ ਹੁੰਦੇ, ਲੈਨ ਬੋਲਦੇ ਜੀ ਲੋਕਲ ਏਰੀਆ ਨੈਟਵਰਕ, ਠੀਕ ਹੈ। ਜਦੋਂ ਅਸੀਂ ਕੰਪਿਊਟਰਸ ਨੂੰ ਜੋੜਦੇ ਹਾਂ, ਮੰਨ ਲਓ 10 ਕੰਪਿਊਟਰਸ ਨੂੰ ਇਕੱਠਿਆਂ ਨੂੰ ਜੋੜਤਾ ਸੀ ਕਿਸੇ ਵਾਇਰ ਦੇ ਨਾਲ, ਉਹਦੇ ਲਈ ਡਿਫਰੈਂਟ ਟੋਪੋਲੋਜੀਜ਼ ਹੁੰਦੀਆਂ ਨੇ। ਕਿਸੇ ਨੂੰ ਬੋਲਦੇ ਜੀ ਬੱਸ ਟੋਪੋਲੋਜੀ, ਕਿਸੇ ਨੂੰ ਰਿੰਗ ਟੋਪੋਲੋਜੀ, ਕਿਸੇ ਨੂੰ ਮੈਸ਼ ਟੋਪੋਲੋਜੀ। ਮੈਂ ਤੁਹਾਨੂੰ ਪੂਰੀ ਡਿਟੇਲ 'ਚ ਕਰਵਾ ਦੂੰਗਾ, ਠੀਕ ਹੈ। ਸੋ ਅਗਰ ਡਿਫਰੈਂਟ ਸਿਗਨਲ ਨੂੰ ਟਰਾਂਸਮਿਸ਼ਨ ਕਰਨਾ ਹੁੰਦਾ ਤਾਂ ਕਿਹੜਾ ਡਿਵਾਈਸ ਅਸੀਂ ਯੂਜ਼ ਕਰਦੇ ਹਾਂ? ਪ੍ਰੋਟੋਕੋਲ ਕਨਵਰਟਰ, ਠੀਕ ਹੈ। ਸੋ ਹਰੇਕ ਡਿਵਾਈਸ ਦੇ ਅਲੱਗ-ਅਲੱਗ ਪ੍ਰੋਟੋਕੋਲ ਹੁੰਦੇ ਆ। ਪ੍ਰੋਟੋਕੋਲ ਕਹਿੰਦੇ ਇੱਕ ਸੈੱਟ ਆਫ ਰੂਲਸ ਹੁੰਦੇ ਆ, ਠੀਕ ਹੈ, ਜਿਹੜੇ ਕਿ ਉਹ ਡਿਵਾਈਸ ਫੋਲੋ ਕਰਦੇ ਨੇ। ਅਗਰ ਡਿਫਰੈਂਟ ਕਾਈਂਡ ਦਾ ਡਿਵਾਈਸ ਹੋਏਗਾ ਤਾਂ ਹਰੇਕ ਲਈ ਡਿਫਰੈਂਟ ਕੀ ਪ੍ਰੋਟੋਕੋਲਸ ਹੋਣਗੇ, ਠੀਕ ਹੈ। ਸੋ ਇਹ ਇੱਕ ਪ੍ਰੋਟੋਕੋਲ ਕਨਵਰਟਰ ਹੁੰਦਾ ਜਿਹੜਾ ਕਿ ਇਹ ਕਨਵਰਟ ਕਰ ਦਿੰਦਾ ਹੈ, ਠੀਕ ਹੈ। ਸੋ ਮੈਂ ਡਾਇਗਰਾਮ ਦੇ ਨਾਲ ਦੱਸ ਦਿੰਦਾ। ਦੇਖੋ ਜੀ ਇੱਥੇ ਦਿੱਤਾ ਹੋਇਆ ਐਕਸਟਰਨਲ ਮਾਸਟਰ ਪ੍ਰੋਟੋਕੋਲ ਵਾਈ। ਮੰਨ ਲਓ ਕੋਈ ਡਿਵਾਈਸ ਹੈ ਜਿਹੜਾ ਕਿ ਪ੍ਰੋਟੋਕੋਲ ਵਾਈ ਫੋਲੋ ਕਰ ਰਿਹਾ, ਉਹ ਰਾਈਟ ਹੈਂਡ ਸਾਈਡ ਦੇ ਉੱਪਰ ਕੀ ਦਿੱਤਾ ਹੈ ਜਿਹੜਾ ਡਿਵਾਈਸ ਪ੍ਰੋਟੋਕੋਲ ਐਕਸ ਫੋਲੋ ਕਰ ਰਿਹਾ, ਵਿਚਾਲੇ ਲੱਗਾ ਹੈ ਜੀ ਪ੍ਰੋਟੋਕੋਲ ਕਨਵਰਟਰ, ਠੀਕ ਹੈ। ਉਹ ਵਾਈ ਨੂੰ ਕਨਵਰਟ ਕਰ ਦੇਗਾ ਐਕਸ ਦੇ ਵਿੱਚ, ਠੀਕ ਹੈ ਜੀ। ਐਕਚੁਅਲ ਦੇ ਵਿੱਚ ਵੀ ਦਿਖਾ ਦੇਣਾ ਪ੍ਰੋਟੋਕੋਲ ਕਿਸ ਤਰ੍ਹਾਂ ਦੇ ਹੁੰਦੇ ਆ। ਸੋ ਆ ਇਸ ਤਰ੍ਹਾਂ ਦੇ ਡਿਵਾਈਸ ਹੁੰਦੇ ਨੇ ਜਿਨ੍ਹਾਂ ਨੂੰ ਅਸੀਂ ਕਹਿੰਦੇ ਪ੍ਰੋਟੋਕੋਲ ਕਨਵਰਟਰ, ਠੀਕ ਹੈ। ਸੋ ਸਿਗਨਲ ਨੂੰ ਟਰਾਂਸਫਰ ਕਰਨ ਦੇ ਵਿੱਚ ਕੰਮ ਆਉਂਦੇ ਆ। ਇੰਟਰਪਰੇਸ਼ਨ ਉਦੋਂ ਹੁੰਦਾ ਕਿ ਇੱਕ ਸਾਈਡ ਦੇ ਉੱਪਰ ਡਿਫਰੈਂਟ ਪ੍ਰੋਟੋਕੋਲ ਵਾਲਾ ਡਿਵਾਈਸ ਹੈ, ਦੂਸਰੀ ਸਾਈਡ ਦੇ ਉੱਪਰ ਦੂਸਰਾ, ਠੀਕ ਹੈ, ਕੋਈ ਡਿਫਰੈਂਟ ਅਲੱਗ ਪ੍ਰੋਟੋਕੋਲ ਵਾਲਾ ਡਿਵਾਈਸ ਹੈ, ਠੀਕ ਹੈ। ਸੋ ਦੋਨਾਂ ਦੇ ਵਿੱਚ ਕੋਈ ਪ੍ਰੋਬਲਮ ਨਾ ਆਵੇ ਤਾਂ ਕਰਕੇ ਅਸੀਂ ਵਿਚਾਲੇ ਕੀ ਲਗਾ ਦਿੰਦੇ ਜੀ ਪ੍ਰੋਟੋਕੋਲ ਕਨਵਰਟਰਸ, ਠੀਕ ਹੈ ਜੀ। ਨੈਕਸਟ ਕੁਐਸਚਨ ਦੇਖੋ, ਇਹ ਵਾਲਾ ਕੁਐਸਚਨ ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਐਗਜ਼ਾਮ ਦੇ ਵਿੱਚ ਲਾਜ਼ਮੀ ਆ ਸਕਦਾ ਹੈ, ਠੀਕ ਹੈ। ਕਾਫੀ ਚਾਂਸਸ ਨੇ, ਇਹ ਕਾਫੀ ਵਾਰੀ ਰਿਪੀਟ ਵੀ ਹੋਇਆ, ਠੀਕ ਹੈ। ਇੱਥੇ ਦਿੱਤਾ ਹੈ ਵਿਚ ਆਫ ਥੀਸ IEEE ਸਟੈਂਡਰਡਸ ਰੀਪ੍ਰਜੈਂਟ ਵਾਇਰਲੈਸ ਲੋਕਲ ਏਰੀਆ ਨੈਟਵਰਕ, ਠੀਕ ਹੈ। ਇੱਕ ਕਿ ਇਹ IEEE ਸਟੈਂਡਰਡਸ ਹੁੰਦੇ ਨੇ, ਠੀਕ ਹੈ। ਹਰੇਕ ਚੀਜ਼ ਲਈ ਅਲੱਗ-ਅਲੱਗ ਇਹਨਾਂ ਨੇ ਕੋਡ ਰੱਖੇ ਹੋਏ ਨੇ। ਜਿਸ ਤਰ੍ਹਾਂ ਇਸੇ ਦਿੱਤਾ ਵਾਇਰਲੈਸ ਲੋਕਲ ਏਰੀਆ ਨੈਟਵਰਕ। ਲੋਕਲ ਏਰੀਆ ਨੈਟਵਰਕ ਕਹਿੰਦਾ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਕਿਸੇ ਬਿਲਡਿੰਗ ਦੇ ਵਿੱਚ ਤੁਸੀਂ ਆਪਦਾ ਨੈਟਵਰਕ ਕ੍ਰੀਏਟ ਕਰਨਾ। ਮੰਨ ਲਓ ਕਿਸੇ ਬਿਲਡਿੰਗ ਦੇ ਵਿੱਚ 50 ਕਮਰੇ ਨੇ, ਹਰੇਕ ਦੇ ਵਿੱਚ ਕੰਪਿਊਟਰ ਪਏ ਨੇ, ਉਹਨਾਂ ਨੂੰ ਆਪਸ ਦੇ ਵਿੱਚ ਆਪਾਂ ਤਾਰਾਂ ਨਾਲ ਜੋੜ ਦਿੰਦੇ ਹਾਂ, ਉਸ ਨੂੰ ਬੋਲਦੇ ਆ ਲੋਕਲ ਏਰੀਆ ਨੈਟਵਰਕ, ਠੀਕ ਹੈ ਜੀ। ਸੋ ਅਗਰ ਉਸ ਨੂੰ ਵਾਇਰਲੈਸ ਲਈ ਜੋੜੀਏ, ਠੀਕ ਹੈ, ਉਸ ਨੂੰ ਬੋਲਾਂਗੇ ਵਾਇਰਲੈਸ ਲੈਨ, ਵਾਇਰਲੈਸ ਲੋਕਲ ਏਰੀਆ ਨੈਟਵਰਕ। ਇਸ ਲਈ ਕੋਡ ਹੈਗਾ ਜੀ 802.11, ਠੀਕ ਹੈ। ਵਾਇਰਲੈਸ ਲਈ ਹੈ 802.11, ਇਹ ਜ਼ਰੂਰ ਯਾਦ ਰੱਖਣਾ ਹੈ, ਠੀਕ ਹੈ। ਬਹੁਤ ਹੀ ਇੰਪੋਰਟੈਂਟ ਕੁਐਸਚਨ ਹੈ ਇਹ, ਬਹੁਤ ਵਾਰ ਰਿਪੀਟ ਹੁੰਦਾ ਹੈ। ਸੋ ਦੇਖਦੇ ਨੈਕਸਟ ਕੁਐਸਚਨ ਹੈਗਾ ਜੀ ਵਾਟ ਇਜ਼ ਨੇਮ ਗਿਵਨ ਟੂ ਟੈਕਨੀਕ ਫੋਰ ਕਨੈਕਟਿੰਗ ਕੰਪਿਊਟਰਸ। ਕਹਿੰਦੇ ਅਗਰ ਕੰਪਿਊਟਰਸ ਨੂੰ ਆਪਸ ਦੇ ਵਿੱਚ ਕਨੈਕਟ ਕਰਨਾ, ਠੀਕ ਹੈ। ਸੋ ਜਿਹੜੀ ਆਪਾਂ ਟੈਕਨੀਕ ਯੂਜ਼ ਕਰਦੇ ਹਾਂ ਉਸ ਚੀਜ਼ ਨੂੰ ਅਸੀਂ ਕੀ ਕਹਿੰਦੇ ਹਾਂ? ਉਸ ਨੂੰ ਕਹਿੰਦੇ ਜੀ ਟੋਪੋਲੋਜੀ। ਕੀ ਕਹਿੰਦੇ ਨੇ ਉਸ ਨੂੰ? ਟੋਪੋਲੋਜੀ। ਇੱਕ ਡਿਫਰੈਂਟ ਕੀ ਇੱਕ ਟੌਪਿਕ ਹੈ ਪੂਰਾ। ਮੈਂ ਤੁਹਾਨੂੰ ਇੱਕ ਕੰਪਲੀਟ ਲੈਕਚਰ ਦੇ ਦੂੰਗਾ ਕਿ ਟੋਪੋਲੋਜੀ ਕਿਹੜੇ ਹੁੰਦੀਆਂ। ਜਸਟ ਮੈਂ ਤੁਹਾਨੂੰ ਆਈਡੀਆ ਦੇ ਦੇਣਾ ਕਿ ਕਿਸ ਤਰ੍ਹਾਂ ਦੀਆਂ ਟੋਪੋਲੋਜੀ ਹੁੰਦੀਆਂ। ਡਾਇਗਰਾਮ 'ਚ ਦੇਖੋ ਜੀ, ਪਹਿਲਾਂ ਇੱਥੇ ਹੈ ਬੱਸ ਟੋਪੋਲੋਜੀ। ਇਹ ਦੇਖੋ ਵਿਚਾਲੇ ਕਿ ਇੱਕ ਸਿੰਗਲ ਵਾਇਰ ਜਾ ਰਹੀ ਹੈ, ਚਾਰੇ ਪਾਸੇ ਕੰਪਿਊਟਰ ਲੱਗੇ ਹੋਏ ਆ, ਇਹਦੇ ਵਿੱਚ ਕਿ ਇੱਕੋ ਹੀ ਵਾਇਰ ਜਾ ਰਹੀ ਹੈ। ਅਗਰ ਇਸ ਤਰ੍ਹਾਂ ਆਪਾਂ ਕੰਪਿਊਟਰ ਜੋੜਦੇ ਹਾਂ ਉਸ ਨੂੰ ਬੋਲਦੇ ਜੀ ਬੱਸ ਟੋਪੋਲੋਜੀ, ਠੀਕ ਹੈ। ਉਸ ਤੋਂ ਅੱਗੇ ਦਿੱਤੀ ਸਟਾਰ ਟੋਪੋਲੋਜੀ। ਸਟਾਰ ਟੋਪੋਲੋਜੀ ਦੇ ਵਿੱਚ ਕੀ ਹੁੰਦਾ? ਜਿਹੜਾ ਵਿਚਾਲੇ ਇਹਨਾਂ ਨੇ ਦਿੱਤਾ ਬਲੈਕ ਕਲਰ ਦਾ, ਇਹ ਹੈਗਾ ਜੀ ਸਰਵਰ। ਉਹਦੇ ਆਸੇ ਪਾਸੇ ਜਿਹੜੇ ਕੰਪਿਊਟਰ ਦਿੱਤੇ ਹੋਏ ਨੇ ਉਹ ਕੀ ਹੈ? ਸਿੰਪਲ ਸਲੇਵ ਨੇਗੇ। ਅਤੇ ਅਗਰ ਇਸ ਤਰ੍ਹਾਂ ਆਪਾਂ ਕੀ ਆਪਦਾ ਨੈਟਵਰਕ ਕ੍ਰੀਏਟ ਕਰਦੇ ਹਾਂ ਉਸ ਨੂੰ ਬੋਲਦੇ ਜੀ ਸਟਾਰ ਟੋਪੋਲੋਜੀ, ਠੀਕ ਹੈ। ਇਸ ਦੇ ਵਿੱਚ ਕਿ ਇੱਕ ਮੇਨ ਸਰਵਰ ਹੁੰਦਾ, ਠੀਕ ਹੈ। ਸੋ ਇਹਦੇ ਥਰੂ ਹੀ
ਸਾਰਾ ਡਾਟਾ ਇੱਕ ਦੂਜੇ ਨੂੰ ਟਰਾਂਸਫਰ ਕੀਤਾ ਜਾਂਦਾ ਠੀਕ ਹੈ। ਇਸ ਨੂੰ ਹੱਬ ਵੀ ਕਹਿ ਦਿੰਦੇ ਆ, ਵਿਚਾਲੇ ਹੱਬ ਦਿੱਤੀ ਹੋਈ ਹੈ ਕਿ ਅਗਰ ਇੱਕ ਕੰਪਿਊਟਰ ਨੇ ਦੂਜੇ ਕੰਪਿਊਟਰ ਦੇ ਥਰੂ ਡਾਟਾ ਸੈਂਡ ਕਰਨਾ ਤਾਂ ਇਹ ਵਿਚਾਲੇ ਸੈਂਟਰ ਦੇ ਵਿੱਚ ਜਾ ਕੇ ਕੀ ਹੈ ਚਾਰੇ ਪਾਸੇ ਘੁੰਮ ਜਾਏਗਾ ਡਾਟਾ ਜਿਹੜੇ ਕੰਪਿਊਟਰ 'ਤੇ ਵੀ ਸੈਂਡ ਕਰਨਾ, ਇਸ ਨੂੰ ਬੋਲਦੇ ਸਟਾਰ। ਨੈਕਸਟ ਦਿੱਤੀ ਹੈ ਰਿੰਗ ਟੋਪੋਲੋਜੀ ਠੀਕ ਹੈ, ਸਾਰੇ ਕੰਪਿਊਟਰ ਆਪਸ ਦੇ ਵਿੱਚ ਕਨੈਕਟਡ ਨੇ, ਪੂਰਾ ਸਰਕਲ ਬਣਿਆ ਹੈ, ਰਿੰਗ ਬਣਿਆ ਹੈ। ਇੱਕ ਹੈਗੀ ਮੈਸ਼ ਠੀਕ ਹੈ, ਮੈਸ਼ ਦੇ ਵਿੱਚ ਕੀ ਕਿਵੇਂ ਮਰਜ਼ੀ ਕੰਪਿਊਟਰ ਨੂੰ ਜੋੜ ਦਿਓ, ਹਰੇਕ ਕੰਪਿਊਟਰ ਨਾਲ ਜੁੜਿਆ ਹੁੰਦਾ ਆਪਸ ਦੇ ਵਿੱਚ ਠੀਕ ਹੈ ਜੀ। ਸੋ ਇਹਦੇ ਵਿੱਚ ਹਰੇਕ ਕੰਪਿਊਟਰ ਨਾਲ ਜੁੜਿਆ ਹੁੰਦਾ, ਇਹਦੇ ਵਿੱਚ ਕੀ ਵਾਇਰਸ ਵਗੈਰਾ ਜ਼ਿਆਦਾ ਲੱਗਦੇ ਨੇ, ਮੈਸ਼ ਹੋ ਜਾਂਦਾ ਇੱਕ ਤਰ੍ਹਾਂ ਦਾ ਠੀਕ ਹੈ। ਪਰ ਇਹਦੇ ਨਾਲ ਕੀ ਡਾਟਾ ਕੀ ਡਾਇਰੈਕਟਲੀ ਚਲਾ ਜਾਂਦਾ, ਸੋ ਥੋੜ੍ਹਾ ਫਾਸਟ ਹੋ ਜਾਂਦਾ, ਪਰ ਇਹ ਐਕਸਪੈਂਸਿਵ ਪੈਂਦਾ ਅਤੇ ਤਾਰਾਂ ਤੂਰਾਂ ਜਿਹੀਆਂ ਜ਼ਿਆਦਾ ਲੱਗਦੀਆਂ ਵਾਇਰਸ ਵਗੈਰਾ। ਨੈਕਸਟ ਟਰੀ ਟੋਪੋਲੋਜੀ ਦਿੱਤੀ ਹੈ, ਨੈਕਸਟ ਦਿੱਤੀ ਹੈ ਪੁਆਇੰਟ ਟੂ ਪੁਆਇੰਟ ਟੋਪੋਲੋਜੀ ਠੀਕ ਹੈ। ਇਹ ਡਿਫਰੈਂਟ ਟਾਈਪ ਆਫ ਨੈਟਵਰਕਸ ਨੇ ਠੀਕ ਹੈ, ਔਰ ਡਿਫਰੈਂਟ ਟਾਈਪ ਆਫ ਟੋਪੋਲੋਜੀਜ਼ ਵੀ ਕਹਿੰਦੇ ਨੇ। ਕੋਈ ਵੀ ਟੈਕਨੀਕ ਤੁਸੀਂ ਯੂਜ਼ ਕਰ ਸਕਦੇ ਹੋ ਅਗਰ ਕੰਪਿਊਟਰਸ ਨੂੰ ਆਪਦੇ ਵਿੱਚ ਜੋੜਨਾ ਹੈਗਾ ਠੀਕ ਹੈ ਜੀ। ਆਪਾਂ ਕੰਪਲੀਟ ਟੋਪਿਕ ਆਪਾਂ ਅਲੱਗ ਤੋਂ ਕਵਰ ਕਰਾਂਗੇ ਠੀਕ ਹੈ, ਜਸਟ ਤੁਹਾਨੂੰ ਆਈਡੀਆ ਹੋ ਗਿਆ ਅੱਜ। ਸੋ ਨੈਕਸਟ ਦੇਖੋ ਜੀ, ਵਿਚ ਅਮੰਗ ਦਾ ਫੋਲੋਇੰਗ ਕਰੈਕਟਲੀ ਡਿਫਾਈਨਸ ਵੈਨ। ਵੈਨ ਕੀ ਹੁੰਦਾ ਜੀ, ਜਿਵੇਂ ਹੁਣ ਮੈਂ ਤੁਹਾਨੂੰ ਲੈਨ ਦੱਸਿਆ ਸੀ ਕਿ ਬਿਲਡਿੰਗ ਦੇ ਵਿੱਚ ਕੰਪਿਊਟਰ 'ਤੇ ਉਹਨਾਂ ਨੂੰ ਕਨੈਕਟ ਕਰਨਾ ਤਾਂ ਕਹਿ ਦਾਂਗੇ ਲੈਨ ਹੋ ਗਿਆ। ਲੈਨ ਮਤਲਬ ਹੁੰਦਾ ਲੋਕਲ ਏਰੀਆ ਨੈਟਵਰਕ ਠੀਕ ਹੈ। ਲੈਨ ਤੋਂ ਵੱਡਾ ਹੁੰਦਾ ਜੀ ਮੈਨ ਨੂੰ ਬੋਲਦੇ ਆ ਮੈਟਰੋਪੋਲੀਟਨ ਏਰੀਆ ਨੈਟਵਰਕ ਠੀਕ ਹੈ, ਮੈਟਰੋਪੋਲੀਟਨ ਏਰੀਆ ਨੈਟਵਰਕ। ਮੈਨ ਕੀ ਹੁੰਦਾ, ਹੁਣ ਮੰਨ ਲਓ ਬਿਲਡਿੰਗ ਨਹੀਂ ਕਨੈਕਟ ਕਰਨੀ, ਤੁਸੀਂ ਪੂਰਾ ਇੱਕ ਸ਼ਹਿਰ ਨੂੰ ਪੂਰੇ ਸਿਟੀ ਨੂੰ ਕਨੈਕਟ ਕਰਨਾ ਕਿ ਸਾਰੇ ਜਿਹੜੇ ਸਿਟੀ ਦੇ ਵਿੱਚ ਅਲੱਗ-ਅਲੱਗ ਜਿੰਨੇ ਕੋਈ ਘਰ ਨੇ ਉਹ ਸਾਰੇ ਆਪਸ ਦੇ ਵਿੱਚ ਕਨੈਕਟ ਹੋ ਜਾਣ। ਐਗਜ਼ਾਮਪਲ ਕੀ ਹੈ, ਐਸ ਦੀ ਐਗਜ਼ਾਮਪਲ ਹੈਗੀ ਹੈ ਜਿਵੇਂ ਡਿਸ਼ ਠੀਕ ਹੈ, ਡਿਸ਼ ਵਾਲੀ ਕੇਬਲ ਹੁੰਦੀ ਹੈ, ਸਾਰੇ ਸ਼ਹਿਰਾਂ ਦੇ ਸਾਰੇ ਪੂਰੇ ਸ਼ਹਿਰ ਨੂੰ ਕਵਰ ਕਰ ਦਿੰਦੀ ਹੈ ਠੀਕ ਹੈ। ਉਹ ਹੋ ਜਾਂਦੀ ਮੈਨ ਦੀ ਕੈਟਾਗਰੀ, ਮੈਨ ਮੀਨਸ ਮੈਟਰੋਪੋਲੀਟਨ ਏਰੀਆ ਨੈਟਵਰਕ। ਹੁਣ ਮੈਨ ਤੋਂ ਵੀ ਵੱਡਾ ਹੁੰਦਾ ਜੀ ਵੈਨ ਹੁੰਦਾ ਵਾਈਡ ਏਰੀਆ ਨੈਟਵਰਕ ਠੀਕ ਹੈ, ਪੂਰੇ ਸੰਸਾਰ ਦੇ ਕੰਪਿਊਟਰ ਨੂੰ, ਪੂਰੇ ਵਰਲਡ ਦੇ ਨੂੰ ਠੀਕ ਹੈ, ਸਾਰੇ ਆਪਸ ਦੇ ਵਿੱਚ ਕਨੈਕਟਡ ਨੇ, ਸਾਰੀਆਂ ਕੰਟਰੀਜ਼ ਆਪਦੇ ਨਾਲ ਕਨੈਕਟਡ ਨੇ, ਇੱਕ ਨੈਟਵਰਕ ਬਣਿਆ ਹੈ, ਉਸ ਚੀਜ਼ ਨੂੰ ਬੋਲਦੇ ਆ ਵਾਈਡ ਏਰੀਆ ਨੈਟਵਰਕ। ਐਸ ਦੀ ਐਗਜ਼ਾਮਪਲ ਹੈਗੀ ਜੀ ਇੰਟਰਨੈਟ ਠੀਕ ਹੈ, ਇੰਟਰਨੈਟ ਕੀ ਹੈ ਵੈਨ ਦੀ ਐਗਜ਼ਾਮਪਲ ਹੈ। ਅਗਰ ਤੁਸੀਂ ਇੱਥੋਂ ਕੋਈ ਮੇਲ ਪਾਉਂਦੇ ਹੋ USA ਦੇ ਵਿੱਚ 1 ਮਿੰਟ ਦੇ ਵਿੱਚ ਚਲੀ ਜਾਂਦੀ ਹੈ। ਕਿਸ ਤਰ੍ਹਾਂ ਚਲੀ ਜਾਂਦੀ ਹੈ, ਕਿਉਂਕਿ ਇੰਡੀਆ USA ਨਾਲ ਕਨੈਕਟਡ ਹੈ, ਇਕੱਲੇ USA ਨਾਲ ਨਹੀਂ ਸਾਰੀਆਂ ਕੰਟਰੀਜ਼ ਨਾਲ ਕਨੈਕਟਡ ਹੈ ਠੀਕ ਹੈ। ਸੋ ਇਹ ਤਿੰਨ ਬਣ ਜਾਂਦੇ ਨੇ ਇਹ ਨੈਟਵਰਕ, ਲੈਨ, ਮੈਨ ਔਰ ਵੈਨ ਠੀਕ ਹੈ। ਤਿੰਨਾਂ ਦੀ ਫੁੱਲ ਫਾਰਮ ਯਾਦ ਹੋਣੀ ਚਾਹੀਦੀ ਹੈ, ਲੋਕਲ ਏਰੀਆ ਨੈਟਵਰਕ ਲੈਨ, ਔਰ ਮੈਨ ਦੀ ਹੁੰਦੇ ਮੈਟਰੋਪੋਲੀਟਨ ਏਰੀਆ ਨੈਟਵਰਕ, ਐਂਡ ਥਰਡ ਹੁੰਦਾ ਵੈਨ ਮੀਨਸ ਵਾਈਡ ਏਰੀਆ ਨੈਟਵਰਕ ਠੀਕ ਹੈ ਜੀ। ਸੋ ਹੁਣ ਦੇਖੋ ਜੀ, ਇਹ ਕਹਿ ਰਿਹਾ ਵਿਚ ਅਮੰਗ ਦਾ ਫੋਲੋਇੰਗ ਕਰੈਕਟਲੀ ਡਿਫਾਈਨਡ ਵੈਨ। ਕਹਿੰਦਾ ਕਿਹੜੀ ਡੈਫੀਨੇਸ਼ਨ ਹੈ ਜਿਹੜੀ ਵੈਨ ਨੂੰ ਡਿਫਾਈਨ ਕਰ ਰਹੀ ਹੈ। ਵੈਨ ਇਜ਼ ਬਿਗਰ ਦੈਨ ਲੈਨ। ਦੇਖੋ ਵੈਨ ਕਹਿੰਦਾ ਵੱਡਾ ਹੁੰਦਾ ਲੈਨ ਤੋਂ, ਹਾਂ ਹੁੰਦਾ ਜੀ, ਸਾਰਿਆਂ ਨੂੰ ਪਤਾ ਹੈ ਠੀਕ ਹੈ। ਦਾ ਇੰਟਰਨੈਟ ਇਜ਼ ਵਨ ਆਫ ਦਾ ਬਿਗੈਸਟ ਵੈਨ ਇਨ ਦਾ ਵਰਲਡ। ਕਹਿੰਦਾ ਇੰਟਰਨੈਟ ਕੀ ਸਭ ਤੋਂ ਵੱਡਾ ਵੈਨ ਹੈ ਵਰਲਡ ਦੇ ਵਿੱਚ, ਇਹ ਵੀ ਸਹੀ ਹੈ। ਇਨ ਵੈਨ ਮੈਸੇਜ ਆਰ ਟਰਾਂਸਮਿਟਡ ਫਾਸਟ। ਮੈਸੇਜ ਪੂਰੀ ਫਾਸਟਲੀ ਸੈਂਡ ਹੋ ਜਾਂਦੇ ਆ। ਈਮੇਲ ਦੇਖੋ ਐਂ ਜਾਂਦੀ ਹੈ ਨਾ, ਚੁਟਕੀਆਂ 'ਚ ਆਉਂਦੀ ਨਾ ਆਵਾਜ਼, ਐਂ ਜਾਂਦੀ ਹੈ ਮੇਲ, ਇੱਥੋਂ ਭੇਜੀ USA 'ਚ ਪਹੁੰਚ ਗਈ ਠੀਕ ਹੈ। ਸੋ ਤਿੰਨੇ ਸਟੇਟਮੈਂਟ ਸਹੀ ਹੋ ਜਾਣਗੀਆਂ। ਸੋ ਡੀ ਇਜ਼ ਆਵਰ ਰਾਈਟ ਆਨਸਰ, ਆਲ ਆਫ ਦੀ ਅਬਵ। ਸੋ ਨੈਕਸਟ ਕੁਐਸਚਨ ਦੇਖੋ, ਨੈਕਸਟ ਹੈਗਾ ਜੀ ਵਿਚ ਆਫ ਦਾ ਫੋਲੋਇੰਗ ਡਿਵਾਈਸ ਹੈਜ਼ ਹਾਈ ਬੈਂਡਵਿਡਥ ਠੀਕ ਹੈ। ਕਿਹੜਾ ਡਿਵਾਈਸ ਹੈ ਜਿਹਦੇ ਵਿੱਚ ਹਾਈ ਬੈਂਡਵਿਡਥ ਹੁੰਦੀ ਹੈ ਠੀਕ ਹੈ। ਸੋ ਇਹ ਸਾਡਾ ਬਣ ਜਾਏਗਾ ਜੀ ਸਵਿਚ ਠੀਕ ਹੈ ਜੀ। ਸਵਿਚ ਦੇ ਵਿੱਚ ਕੀ ਹੈ, ਹਾਈ ਬੈਂਡਵਿਡਥ ਹੁੰਦੀ ਹੈ। ਸੋ ਇਹ ਡਿਫਰੈਂਟ ਕੀ ਡਿਵਾਈਸਿਸ ਨੇ ਜਿਹੜੇ ਅਸੀਂ ਨੈਟਵਰਕ ਬਣਾਉਣ ਲਈ ਜੋੜਦੇ ਹਾਂ। ਜਦੋਂ ਕੰਪਿਊਟਰਸ ਨੂੰ ਆਪਸ ਦੇ ਵਿੱਚ ਜੋੜਨਾ ਹੁੰਦਾ ਸਾਰੇ ਡਿਵਾਈਸਿਸ ਯੂਜ਼ ਹੁੰਦੇ ਨੇ ਠੀਕ ਹੈ। ਸਵਿਚ ਯੂਜ਼ ਹੁੰਦਾ, ਰਾਊਟਰ ਯੂਜ਼ ਹੁੰਦਾ, ਬ੍ਰਿਜਸ ਯੂਜ਼ ਹੁੰਦੇ, ਮੋਡਮ ਮੈਂ ਤੁਹਾਨੂੰ ਦੱਸਿਆ ਸੀ ਮੋਡਮ ਯੂਜ਼ ਹੁੰਦਾ ਇੰਟਰਨੈਟ ਨੂੰ ਚਲਾਉਣ ਲਈ। ਐਨਾਲੌਗ ਟੂ ਡਿਜੀਟਲ ਔਰ ਡਿਜੀਟਲ ਟੂ ਐਨਾਲੌਗ ਸਿਗਨਲਸ ਨੂੰ ਕਨਵਰਟ ਕਰਨੇ ਸੀ ਹੁੰਦੇ ਮੋਡਮ ਯੂਜ਼ ਹੁੰਦਾ ਇੰਟਰਨੈਟ ਚਲਾਉਣ ਲਈ। ਬਾਕੀ ਤਿੰਨਾਂ ਬਾਰੇ ਮੈਂ ਤੁਹਾਨੂੰ ਡਿਟੇਲ 'ਚ ਕਰਾ ਦੇਣਾ ਠੀਕ ਹੈ ਜੀ। ਸਵਿਚ ਕੀ ਹੁੰਦਾ, ਸਵਿਚ ਹੁੰਦੇ ਨੇ, ਸਵਿਚ ਆਰ ਦਾ ਨੈਟਵਰਕਿੰਗ ਡਿਵਾਈਸਿਸ, ਨੈਟਵਰਕ ਦੇ ਡਿਵਾਈਸਿਸ ਨੇ, ਓਪਰੇਟਿੰਗ ਐਟ ਲੇਅਰ 2 ਔਰ ਡਾਟਾ ਲਿੰਕ ਲੇਅਰ ਆਫ OSI ਮੋਡਲ ਠੀਕ ਹੈ। ਇੱਕ ਤੁਹਾਨੂੰ ਛੋਟੀ ਜਿਹੀ ਚੀਜ਼ ਦੱਸਦਾ, ਇੱਕ OSI ਮੋਡਲ ਹੁੰਦਾ ਜਿਸ ਦੀਆਂ ਲੇਅਰਸ ਹੁੰਦੇ ਨੇ 7 ਲੇਅਰਸ ਹੁੰਦੇ ਨੇ ਇਹਦੇ ਵਿੱਚ ਠੀਕ ਹੈ। ਅਗਰ ਆਪਾਂ ਕੋਈ ਡਾਟਾ ਟਰਾਂਸਫਰ ਕਰਨਾ ਤਾਂ ਅਸੀਂ OSI ਮੋਡਲ ਯੂਜ਼ ਕਰਦੇ ਹਾਂ ਜਿਸ ਦੀਆਂ ਕਿੰਨੀਆਂ ਲੇਅਰਸ ਹੁੰਦੇ ਨੇ 7 ਲੇਅਰਸ ਹੁੰਦੇ ਨੇ। 7 ਲੇਅਰਸ ਦਾ ਅਲੱਗ-ਅਲੱਗ ਨਾਮ ਹੈ ਠੀਕ ਹੈ। ਹੁਣ ਇਹ ਕਹਿ ਰਿਹਾ ਕਿ ਜਿਹੜੇ ਸਵਿਚਸ ਯੂਜ਼ ਹੁੰਦੇ ਨੇ ਕਿਹੜੀ ਲੇਅਰ ਦੇ ਉੱਪਰ ਯੂਜ਼ ਹੁੰਦੇ ਨੇ, ਸੈਕਿੰਡ ਲੇਅਰ ਦੇ ਉੱਪਰ। ਸੈਕਿੰਡ ਲੇਅਰ ਦਾ ਨਾਮ ਹੈਗਾ ਜੀ ਡਾਟਾ ਲਿੰਕ ਲੇਅਰ ਠੀਕ ਹੈ। ਦੇ ਕਨੈਕਟ ਦਾ ਡਿਵਾਈਸਿਸ ਇਨ ਨੈਟਵਰਕ ਐਂਡ ਯੂਜ਼ ਪੈਕੇਟ ਸਵਿਚਿੰਗ ਟੂ ਸੈਂਡ ਰਿਸੀਵ ਔਰ ਫਾਰਵਰਡ ਡਾਟਾ ਪੈਕੇਟਸ ਔਰ ਡਾਟਾ ਫਰੇਮਸ ਓਵਰ ਦਾ ਨੈਟਵਰਕ ਠੀਕ ਹੈ। ਕਹਿੰਦਾ ਜਿਹੜੇ ਇਹ ਡਿਵਾਈਸ ਹੁੰਦੇ ਸਵਿਚ ਹੁੰਦੇ ਆ, ਇਹ ਕੀ ਹੈ ਜਦੋਂ ਕੋਈ ਡਾਟਾ ਸੈਂਡ ਕਰਦਾ ਉਹਦੇ ਛੋਟੇ ਛੋਟੇ ਪੈਕੇਟਸ ਬਣਾ ਲੈਂਦਾ, ਉਹਨਾਂ ਨੂੰ ਸੈਂਡ ਕਰਦਾ। ਸਵਿਚਸ ਕੀ ਕਰਦਾ, ਜਿਹੜੇ ਛੋਟੇ ਛੋਟੇ ਡਾਟਾ ਪੈਕੇਟਸ ਹੁੰਦੇ ਉਹਨੂੰ ਸੈਂਡ ਕਰਦਾ ਜਾਂ ਰਿਸੀਵ ਕਰਦਾ ਜਾਂ ਫਾਰਵਰਡ ਕਰਦਾ ਠੀਕ ਹੈ ਜੀ। ਔਰ ਸਵਿਚ ਦੇ ਵਿੱਚ ਕੀ ਹੁੰਦਾ, ਸਵਿਚ ਹੈਜ਼ ਮੈਨੀ ਪੋਰਟਸ। ਇਹਦੇ ਵਿੱਚ ਕਾਫੀ ਸਾਰੇ ਪੋਰਟਸ ਹੁੰਦੇ ਨੇ ਜਿਹਦੇ ਵਿੱਚ ਕੀ ਆਪਾਂ ਅਲੱਗ-ਅਲੱਗ ਕੰਪਿਊਟਰਸ ਨੂੰ ਪਲੱਗ ਇਨ ਕਰ ਦਿੰਦੇ ਹਾਂ ਠੀਕ ਹੈ ਜੀ।
एक ਇਹਦੇ ਵਿੱਚ ਕਿ ਮੈਨੀ ਪੋਰਟਸ ਹੁੰਦੇ ਆ ਕੰਪਿਊਟਰ ਦੀਆਂ ਵਾਇਰਸ ਨੂੰ ਅਲੱਗ-ਅਲੱਗ ਆਪਾਂ ਪਲੱਗ ਇਨ ਕਰ ਦਿੰਦੇ ਆ when a data frame arrives at any port of the network switch it examines the destination address and perform necessary check and send the frame to the corresponding device ਠੀਕ ਹੈ ਕਹਿੰਦੇ ਜਦੋਂ ਵੀ ਕੋਈ ਫਰੇਮ ਸਵਿਚ ਦੇ ਉੱਪਰ ਆਉਂਦਾ ਹੈ ਫਿਰ ਇਹ ਦੇਖਦਾ ਹੈ ਕਿ ਉਹਦੀ ਡੈਸਟੀਨੇਸ਼ਨ ਕੀ ਹੈ ਡੈਸਟੀਨੇਸ਼ਨ ਐਡਰੈਸ ਕੀ ਹੈ ਕਿ ਕਿਹੜੇ ਕੰਪਿਊਟਰ ਨੂੰ ਅਸੀਂ ਇਹ ਡਾਟਾ ਸੈਂਡ ਕਰਨਾ ਹੈ ਠੀਕ ਹੈ ਫਿਰ ਕੀ ਉਹ ਜਿਹੜੇ ਨੈਸੈਸਰੀ ਟਾਸਕ ਹੁੰਦੇ ਉਹਨੂੰ ਸੈਂਡ ਕਰ ਦਿੰਦਾ ਮਤਲਬ ਇੱਕ ਕੰਪਿਊਟਰ ਨੇ ਕੋਈ ਡਾਟਾ ਪੈਕੇਟ ਸੈਂਡ ਕਰਤਾ ਫਿਰ ਕਿ ਸਵਿਚ ਉਹਨੂੰ ਚੈੱਕ ਕਰਦਾ ਕਿ ਕਿੱਥੇ ਸੈਂਡ ਕਰਨਾ ਤਾਂ ਉਹ ਸੈਂਡ ਕਰ ਦਿੰਦਾ ਠੀਕ ਹੈ ਜੀ ਇਟ ਸਪੋਰਟਸ ਯੂਨੀਕਾਸਟ ਮਲਟੀਕਾਸਟ ਐਜ਼ ਵੈਲ ਐਜ਼ ਬਰੋਡਕਾਸਟ ਹੁਣ ਇੱਥੇ ਤਿੰਨ ਚੀਜ਼ਾਂ ਦਿੱਤੀਆਂ ਯੂਨੀਕਾਸਟ ਮਲਟੀਕਾਸਟ ਅਤੇ ਬਰੋਡਕਾਸਟ ਇਹ ਕੀ ਹੁੰਦਾ ਅਗਰ ਇੱਕ ਕੰਪਿਊਟਰ ਨੇ ਇੱਕ ਕੰਪਿਊਟਰ ਨੂੰ ਡਾਟਾ ਸੈਂਡ ਕਰਨਾ ਉਹਨੂੰ ਕਹਾਂਗੇ ਯੂਨੀਕਾਸਟ ਅਗਰ ਇੱਕ ਕੰਪਿਊਟਰ ਨੇ ਉਹੀ ਡਾਟਾ 2 ਜਾਂ 3 ਕੰਪਿਊਟਰ ਨੂੰ ਸੈਂਡ ਕਰਨਾ ਉਹਨੂੰ ਕਹਾਂਗੇ ਜੀ ਮਲਟੀਕਾਸਟ ਹੁਣ ਇੱਕ ਹੁੰਦਾ ਜੀ ਬਰੋਡਕਾਸਟ ਦਾ ਮਤਲਬ ਕਿ ਮੰਨ ਲਓ ਨੈਟਵਰਕ ਦੇ ਵਿੱਚ 50 ਕੰਪਿਊਟਰ ਨੇ ਅਗਰ ਇੱਕ ਕੰਪਿਊਟਰ ਨੇ ਡਾਟਾ ਸੈਂਡ ਕਰਨਾ ਉਹ ਸਾਰੇ 49 ਕੰਪਿਊਟਰਸ ਨੂੰ ਸੈਂਡ ਕਰ ਰਿਹਾ ਉੱਥੇ ਅਸੀਂ ਕਰ ਰਹੇ ਜੀ ਬਰੋਡਕਾਸਟ ਠੀਕ ਹੈ ਜੀ ਮਲਟੀਕਾਸਟ ਅਤੇ ਬਰੋਡਕਾਸਟ ਵਿੱਚ ਇਹ ਡਿਫਰੈਂਸ ਹੁੰਦਾ ਸੋ ਹੁਣ ਮੈਂ ਤੁਹਾਨੂੰ ਸਵਿਚ ਦੀ ਡਾਇਗਰਾਮ ਦਿਖਾ ਦੇਣਾ ਸਵਿਚ ਕਿਸ ਤਰ੍ਹਾਂ ਹੁੰਦਾ ਹੈ ਦੇਖੋ ਜੀ ਸੈਂਟਰ ਦੇ ਵਿੱਚ ਲੱਗਿਆ ਹੈ ਸਵਿਚ ਇਹ ਆਸੇ ਪਾਸੇ ਕੰਪਿਊਟਰ ਲੱਗੇ ਹੋਏ ਨੇ ਇੱਧਰ ਇੱਕ ਕੰਪਿਊਟਰ ਦਿੱਤਾ ਹੈ ਸੈਂਡਰ ਜਿਹੜਾ ਕਿ ਡਾਟਾ ਨੂੰ ਸੈਂਡ ਕਰ ਰਿਹਾ ਔਰ ਇੱਧਰ ਜਿਹੜੇ ਦਿੱਤੇ ਹੋਏ ਆ ਰਿਸੀਵਰਸ ਠੀਕ ਹੈ ਮਲਟੀਕਾਸਟਿੰਗ ਦਿਖਾਈ ਹੈ ਕਿ ਇੱਕ ਕੰਪਿਊਟਰ 2 ਕੰਪਿਊਟਰਸ ਨੂੰ ਡਾਟਾ ਸੈਂਡ ਕਰ ਰਿਹਾ ਠੀਕ ਹੈ ਆਹ 2 ਦਿੱਤੇ ਹੋਏ ਨੇ ਰਿਸੀਵਰਸ ਠੀਕ ਹੈ ਸੋ ਇਸ ਤਰ੍ਹਾਂ ਅਗਰ ਤੁਸੀਂ ਸਾਰਿਆਂ 'ਤੇ ਸੈਂਡ ਕਰੋਗੇ ਤਾਂ ਉਹ ਕੀ ਹੋ ਜਾਏਗਾ ਬਰੋਡਕਾਸਟ ਹੋ ਜਾਏਗਾ ਵਿਚਾਲੇ ਜਿਹੜਾ ਡਿਵਾਈਸ ਲੱਗਿਆ ਹੋਇਆ ਉਹਨੂੰ ਬੋਲਦੇ ਜੀ ਸਵਿਚ ਠੀਕ ਹੈ ਸੋ ਸਾਰੇ ਕੰਪਿਊਟਰ ਦੇ ਜਿਹੜੇ ਤਾਰਾਂ ਹੁੰਦੀਆਂ ਨੇ ਇਹ ਪਲੱਗ ਇਨ ਕੀਤੀਆਂ ਹੁੰਦੀਆਂ ਨੇ ਸਵਿਚ ਦੇ ਵਿੱਚ ਨੈਕਸਟ ਦੇਖੋ ਇੱਕ ਹੁੰਦਾ ਜੀ ਰਾਊਟਰ ਜਿਵੇਂ ਸਵਿਚ ਹੈ ਇੱਕ ਰਾਊਟਰ ਵੀ ਹੁੰਦਾ The router is a physical or virtual internetworking device that is designed to receive, analyze and forward data packets between computer ਕਹਿੰਦੇ ਇਹਦਾ ਕੰਮ ਵੀ ਕੀ ਹੈ ਡਾਟਾ ਨੂੰ ਰਿਸੀਵ ਕਰਨਾ ਐਨਾਲਾਈਜ਼ ਕਰਨਾ ਔਰ ਫਾਰਵਰਡ ਕਰਨਾ ਜਿਹੜਾ ਡਾਟਾ ਫਾਰਵਰਡ ਹੁੰਦਾ ਉਹ ਪੈਕੇਟਸ ਦੀ ਫਾਰਮ ਦੇ ਵਿੱਚ ਹੁੰਦਾ ਠੀਕ ਹੈ ਹੁਣ ਰਾਊਟਰ ਕੀ ਕਰਦਾ ਅ ਰਾਊਟਰ ਐਗਜ਼ਾਮਿਨਸ ਅ ਡੈਸਟੀਨੇਸ਼ਨ IP ਐਡਰੈਸ ਆਫ ਅ ਗਿਵਨ ਡਾਟਾ ਪੈਕੇਟ and uses the header and forwarding table to decide the best way to transfer the packets ਹੁਣ ਰਾਊਟਰ ਅਤੇ ਸਵਿਚ ਦੇ ਵਿੱਚ ਫਰਕ ਕੀ ਹੈ ਉਹ ਵੀ ਡਾਟਾ ਸੈਂਡ ਕਰਦਾ ਸੀ ਇਹ ਵੀ ਡਾਟਾ ਸੈਂਡ ਕਰਦਾ ਸੀ ਪਰ ਜਿਹੜਾ ਰਾਊਟਰ ਹੁੰਦਾ ਨਾ ਇਹ ਇੱਕ ਬੈਸਟ ਰੂਟ ਫਾਈਂਡ ਆਊਟ ਕਰਦਾ ਕਿ ਬੈਸਟ ਵੇ ਕੀ ਹੈ ਅਗਰ ਕਿਸੇ ਕੰਪਿਊਟਰ ਨੂੰ ਡਾਟਾ ਸੈਂਡ ਕਰਨਾ ਤਾਂ ਬੈਸਟ ਵੇ ਕੀ ਹੈ ਬੈਸਟ ਵੇ ਦਾ ਮਤਲਬ ਕਿ ਜਲਦੀ ਕਿਹਦੇ ਨਾਲ ਪਹੁੰਚ ਜਾਏਗਾ ਠੀਕ ਹੈ ਔਰ ਸਿਕਿਉਰ ਵੀ ਹੋਊਗਾ ਡਾਟਾ ਅਤੇ ਜਲਦੀ ਵੀ ਪਹੁੰਚ ਜੂਗਾ ਠੀਕ ਹੈ ਇਹ ਕਿ ਇੱਕ ਟੇਬਲ ਹੁੰਦਾ ਇਹਦੇ ਵਿੱਚ ਠੀਕ ਹੈ ਫਾਰਵਰਡਿੰਗ ਟੇਬਲ ਉਹਦੇ ਥਰੂ ਕਿ ਡਿਸਾਈਡ ਕਰਦਾ ਕਿ ਬੈਸਟ ਵੇ ਕੀ ਹੈ ਇਸ ਨੂੰ ਅਸੀਂ ਰਾਊਟਰ ਨੂੰ ਇੰਟੈਲੀਜੈਂਸ ਡਿਵਾਈਸ ਵੀ ਕਹਿੰਦੇ ਹਾਂ ਠੀਕ ਹੈ ਦੇਰ ਆਰ ਸਮ ਪੋਪੂਲਰ ਕੰਪਨੀਜ਼ ਦੈਟ ਡਿਵੈਲਪ ਦਾ ਰਾਊਟਰਸ ਠੀਕ ਹੈ ਕੁਛ ਕੰਪਨੀਆਂ ਦੇ ਨਾਂ ਦਿੱਤੇ ਹੋਏ ਨੇ ਸਿਸਕੋ ਥ੍ਰੀਕੋਮ HP ਜੂਨੀਪਰ ਡੀ-ਲਿੰਕ ਨੋਟਲ ਇਹ ਕੁਝ ਕੰਪਨੀਆਂ ਦੇ ਨਾਮ ਨੇ ਜਿਹੜੇ ਰਾਊਟਰਸ ਬਣਾਉਂਦੀਆਂ ਨੇ ਠੀਕ ਹੈ ਰਾਊਟਰ ਇਜ਼ ਯੂਜ਼ਡ ਇਨ ਅ LAN ਐਂਡ WAN ਠੀਕ ਹੈ LAN ਦੇ ਵਿੱਚ ਵੀ ਯੂਜ਼ ਹੁੰਦਾ ਲੋਕਲ ਏਰੀਆ ਨੈਟਵਰਕ 'ਤੇ WAN ਦੇ ਵਿੱਚ ਵੀ ਯੂਜ਼ ਹੁੰਦਾ ਵਾਇਰ ਏਰੀਆ ਨੈਟਵਰਕ ਠੀਕ ਹੈ ਫੋਰ ਐਗਜ਼ਾਮਪਲ ਇਟ ਇਜ਼ ਯੂਜ਼ਡ ਇਨ ਆਫਿਸ ਫੋਰ ਕਨੈਕਟੀਵਿਟੀ ਐਂਡ ਯੂ ਕੈਨ ਆਲਸੋ ਐਸਟੈਬਲਿਸ਼ ਅ ਕਨੈਕਸ਼ਨ ਬਿਟਵੀਨ ਡਿਸਟੈਂਟ ਨੈਟਵਰਕਸ ਠੀਕ ਹੈ ਕੋਈ ਵੱਡਾ ਨੈਟਵਰਕ ਡਿਸਟੈਂਟ ਦਾ ਮਤਲਬ ਵੱਡਾ ਨੈਟਵਰਕ ਠੀਕ ਹੈ ਮੈਂ ਪੰਜਾਬ 'ਚ ਬੈਠਾ ਠੀਕ ਹੈ ਮੱਧ ਪ੍ਰਦੇਸ਼ 'ਚ ਕੋਈ ਮੇਲ ਸੈਂਡ ਕਰਨੀ ਹੈ ਤਾਂ ਮਿੰਟਾਂ 'ਚ ਸੈਂਡ ਹੋ ਜਾਏਗੀ ਠੀਕ ਹੈ ਇਸ ਤਰ੍ਹਾਂ ਕਿ ਵਿਚਾਲੇ ਕਿ ਰਾਊਟਰ ਵਗੈਰਾ ਵੀ ਲੱਗੇ ਹੁੰਦੇ ਆ ਫਿਰ ਉਹ ਬੈਸਟ ਵੇ ਫਾਈਂਡ ਆਊਟ ਕਰਦੇ ਕਿ ਕਿੱਧਰ ਦੀ ਅਗਰ ਡਾਟਾ ਭੇਜਾਂਗੇ ਜਲਦੀ ਪਹੁੰਚ ਜਾਏਗਾ ਠੀਕ ਹੈ ਇਟ ਸ਼ੇਅਰ ਦਾ ਇਨਫੋਰਮੇਸ਼ਨ ਵਿਦ ਅਦਰ ਰਾਊਟਰਸ ਠੀਕ ਹੈ ਅਦਰ ਰਾਊਟਰਸ ਨਾਲ ਇਹ ਆਪਦੀ ਇਨਫੋਰਮੇਸ਼ਨ ਸ਼ੇਅਰ ਕਰਦੇ ਨੇ ਇਟ ਯੂਜ਼ਸ ਦਾ ਰਾਊਟਿੰਗ ਪ੍ਰੋਟੋਕੋਲ ਟੂ ਟਰਾਂਸਫਰ ਦਾ ਡਾਟਾ ਅਕਰੋਸ ਦਾ ਨੈਟਵਰਕ ਫਰਦਰ ਮੋਰ ਇਟ ਇਜ਼ ਮੋਰ ਐਕਸਪੈਂਸਿਵ ਦੈਨ ਸਵਿਚਸ ਐਂਡ ਹੱਬ ਜਿਹੜੇ ਰਾਊਟਰ ਹੁੰਦੇ ਥੋੜ੍ਹੇ ਜਿਹੇ ਮਹਿੰਗੇ ਹੁੰਦੇ ਆ ਸਵਿਚਸ ਜਾਂ ਹੱਬ ਦੇ ਨਾਲੋਂ ਠੀਕ ਹੈ ਸਵਿਚ ਜਾਂ ਹੱਬ ਨਾਲੋਂ ਕੀ ਇਹ ਹੁੰਦੇ ਆ ਮਹਿੰਗੇ ਸੋ ਰਾਊਟਰ ਕੀ ਹੈ ਦੇਖੋ OSI ਮਾਡਲ ਦੀ ਕਿਹੜੀ ਲੇਅਰ ਦੇ ਉੱਪਰ ਕੰਮ ਕਰਦੇ ਨੇ ਰਾਊਟਰ ਵਰਕ ਔਨ ਦਾ 3rd ਲੇਅਰ ਆਫ ਦਾ OSI ਦੇਖੋ ਸਵਿਚ ਕਰਦੇ ਸੀਗੇ 2nd ਲੇਅਰ ਦੇ ਉੱਪਰ ਕੰਮ ਹੁਣ ਜਿਹੜੇ ਇਹ ਰਾਊਟਰ ਨੇ ਇਹ 3rd ਲੇਅਰ ਦੇ ਉੱਪਰ ਕੰਮ ਕਰਦੇ ਨੇ ਠੀਕ ਹੈ ਇਟ ਇਜ਼ ਬੇਸਡ ਔਨ ਦਾ IP ਐਡਰੈਸ ਆਫ ਕੰਪਿਊਟਰ ਠੀਕ ਹੈ ਕੋਈ ਵੀ ਕੰਪਿਊਟਰ ਹੁੰਦਾ ਹਰੇਕ ਦਾ ਇੱਕ IP ਐਡਰੈਸ ਹੁੰਦਾ ਠੀਕ ਹੈ IP ਐਡਰੈਸ ਤੁਹਾਡੇ ਕੰਪਿਊਟਰ ਦੀ ਤੁਹਾਡੀ ਐਡਰੈਸ ਡਿਫਾਈਨ ਕਰਦਾ ਜਿਵੇਂ ਆਪਣੇ ਘਰ ਦਾ ਐਡਰੈਸ ਹੁੰਦਾ ਨਾ ਹਰੇਕ ਬੰਦੇ ਦਾ ਅਲੱਗ-ਅਲੱਗ ਇਸ ਤਰ੍ਹਾਂ ਹੀ ਕੰਪਿਊਟਰ ਦਾ ਵੀ ਹਰੇਕ ਦਾ ਇੱਕ ਐਡਰੈਸ ਹੁੰਦਾ ਜਿਸ ਨੂੰ ਬੋਲਦੇ ਜੀ IP ਐਡਰੈਸ ਠੀਕ ਹੈ ਜਦੋਂ ਤੁਸੀਂ ਇੰਟਰਨੈਟ ਚਲਾਉਂਦੇ ਹੋ ਤੁਹਾਡੇ ਕੰਪਿਊਟਰ ਦੇ ਵਿੱਚ IP ਐਡਰੈਸ ਬਣਿਆ ਹੁੰਦਾ ਅਗਰ ਤੁਸੀਂ ਕੋਈ ਮੇਲ ਸੈਂਡ ਕਰਦੇ ਹੋ ਫਿਰ ਉਹ ਉਸੇ ਜਿੱਥੇ ਤੁਸੀਂ ਭੇਜੀਏ ਤਾਂ ਹੀ ਉਹਨੂੰ ਡੈਸਟੀਨੇਸ਼ਨ ਪਤਾ ਲੱਗਦੀ ਹੈ ਕਿ ਇੰਟਰਨੈਟ ਨੂੰ ਵੀ ਕਿਵੇਂ ਭੇਜਣੀ ਅਸੀਂ ਠੀਕ ਹੈ ਜੀ ਸੋ ਹਰੇਕ ਦਾ ਯੂਨੀਕ ਹੁੰਦਾ IP ਐਡਰੈਸ ਠੀਕ ਹੈ ਇਟ ਯੂਜ਼ਸ ਦਾ ਪ੍ਰੋਟੋਕੋਲ ਸੱਚ ਐਸ ICMP ਟੂ ਕਮਿਊਨੀਕੇਟ ਬਿਟਵੀਨ 2 ਔਰ ਮੋਰ ਨੈਟਵਰਕਸ ਇਟ ਇਜ਼ ਨੋਨ ਐਜ਼ ਅ ਇੰਟੈਲੀਜੈਂਟ ਡਿਵਾਈਸ ਠੀਕ ਹੈ ਇਸ ਨੂੰ ਇੰਟੈਲੀਜੈਂਟ ਡਿਵਾਈਸ ਕਹਿੰਦੇ ਆ ਔਰ ਇਹ ਕੀ ਕਰਦਾ ਇਟ ਕੈਨ ਕੈਲਕੂਲੇਟ ਦਾ ਬੈਸਟ ਰੂਟ ਫਾਈਂਡ ਆਊਟ ਕਰ ਲੈਂਦਾ ਟੂ ਸੈਂਡ ਦਾ ਪੈਕੇਟ ਫਰੋਮ ਸੋਰਸ ਟੂ ਡੈਸਟੀਨੇਸ਼ਨ ਆਟੋਮੈਟਿਕਲੀ ਠੀਕ ਹੈ ਹੁਣ ਦੇਖੋ ਰਾਊਟਰ ਤੁਹਾਡੇ ਦਿਮਾਗ 'ਚ ਇੱਕ ਬਣ ਜਿਹੀ ਹੋ ਗਈ ਇਮੇਜ ਕਿ ਇੱਕ ਡਿਵਾਈਸ ਹੁੰਦਾ ਹਾਰਡਵੇਅਰ ਹੁੰਦਾ
ਪਰ ਜਿਹੜੇ ਰਾਊਟਰ ਹੁੰਦੇ ਆ ਕੋਈ ਵਰਚੁਅਲ ਵੀ ਹੁੰਦੇ ਆ, ਠੀਕ ਹੈ, ਹਾਰਡਵੇਅਰ ਵੀ ਹੁੰਦੇ ਆ, ਵਰਚੁਅਲ ਵੀ ਹੁੰਦੇ ਆ। ਸੋ ਹੁਣ ਵਰਚੁਅਲ ਰਾਊਟਰ ਦੇਖੋ ਕੀ ਹੁੰਦਾ। ਵਰਚੁਅਲ ਰਾਊਟਰ ਕੀ ਹੁੰਦਾ, ਇਟ ਇਜ਼ ਅ ਸੌਫਟਵੇਅਰ ਫੰਕਸ਼ਨ ਔਰ ਸੌਫਟਵੇਅਰ ਬੇਸਡ ਫਰੇਮਵਰਕ ਦੈਟ ਪਰਫੋਰਮ ਦਾ ਸੇਮ ਫੰਕਸ਼ਨ ਐਜ਼ ਫਿਜ਼ੀਕਲ ਰਾਊਟਰ, ਠੀਕ ਹੈ। ਕਈ ਵਾਰੀ ਵਰਚੁਅਲ ਰਾਊਟਰ ਵੀ ਹੁੰਦੇ ਆ, ਕੰਮ ਬਿਲਕੁਲ ਫਿਜ਼ੀਕਲ ਰਾਊਟਰ ਦੀ ਤਰ੍ਹਾਂ ਕਰਦੇ ਆ। ਇਹਦੇ ਨਾਲ ਕੀ ਇਹ ਇਨਕਰੀਜ਼ ਕਰਦੇ ਆ ਰਿਲਾਈਬਿਲਿਟੀ ਆਫ ਦਾ ਨੈਟਵਰਕ, ਠੀਕ ਹੈ। ਉਹਦੀ ਵੀ ਇਹ ਰਿਲਾਈਬਿਲਿਟੀ ਨੂੰ ਕੀ ਵਧੀਆ ਕਰ ਦਿੰਦੇ ਨੇ, ਠੀਕ ਹੈ। ਇਹਦੇ ਨਾਲ ਦੇਖੋ ਡਾਟਾ ਵਗੈਰਾ ਕੀ ਹੈ ਛੇਤੀ ਸੈਂਡ ਹੋ ਜਾਂਦਾ, ਠੀਕ ਹੈ। ਫਿਜ਼ੀਕਲ ਵੀ ਹੁੰਦੇ ਨੇ ਰਾਊਟਰ ਔਰ ਵਰਚੁਅਲ ਵੀ ਹੁੰਦੇ ਆ। ਵਰਚੁਅਲ ਕਿਹਨੇ ਕਿ ਇੱਕ ਸੌਫਟਵੇਅਰ ਹੁੰਦਾ ਇੱਕ ਤਰ੍ਹਾਂ ਦਾ, ਠੀਕ ਹੈ ਜੀ। ਸੋ ਹੁਣ ਬ੍ਰਿਜ ਦੇਖ ਲਓ ਕੀ ਹੁੰਦਾ, ਸਵਿੱਚ ਵੀ ਹੋ ਗਿਆ ਆਪਣਾ, ਰਾਊਟਰ ਵੀ ਹੋ ਗਿਆ। ਇੱਕ ਹੋਰ ਡਿਵਾਈਸ ਹੁੰਦਾ ਜਿਹੜਾ ਨੈਟਵਰਕ ਦੇ ਵਿੱਚ ਯੂਜ਼ ਕਰਦੇ ਆ, ਜਿਸ ਨੂੰ ਬੋਲਦੇ ਜੀ ਬ੍ਰਿਜ। ਬ੍ਰਿਜ ਕਾਹਦੇ ਵਾਸਤੇ ਯੂਜ਼ ਕਰਦੇ, ਮੰਨ ਲਓ ਇੱਕ ਜਗ੍ਹਾ ਦੇ ਉੱਪਰ ਲੈਨ ਬਣਿਆ ਹੋਇਆ, ਉਸ ਦੀ ਕੈਟਾਗਰੀ ਡਿਫਰੈਂਟ ਹੈ। ਮੰਨ ਲਓ ਬੱਸ ਟੋਪੋਲੋਜੀ ਦਾ ਲੈਨ ਬਣਿਆ, ਦੂਸਰੀ ਸਾਈਡ ਦੇ ਵਿੱਚ ਬਣਿਆ ਹੋਇਆ ਸਟਾਰ ਟੋਪੋਲੋਜੀ ਦਾ ਲੈਨ, ਦੋਨਾਂ ਦੇ ਡਿਫਰੈਂਟ ਪ੍ਰੋਟੋਕੋਲਸ ਹੋਣਗੇ। ਸੋ ਇਸ ਤਰ੍ਹਾਂ ਜਿਹੜੇ ਡਿਫਰੈਂਟ ਆਪਣੇ ਕੀ ਹੈ ਲੈਨਸ ਹੁੰਦੇ ਆ, ਉਹਨਾਂ ਨੂੰ ਜੋੜ ਕੇ ਇੱਕ ਵੱਡਾ ਲੈਨ ਬਣਾ ਦਿੰਦਾ ਬ੍ਰਿਜ, ਠੀਕ ਹੈ। ਦੋਨਾਂ ਦੇ ਵਿਚਾਲੇ ਬ੍ਰਿਜ ਦਾ ਕੰਮ ਕਰਦਾ, ਠੀਕ ਹੈ ਜੀ। ਜਿਸ ਤਰ੍ਹਾਂ ਬ੍ਰਿਜ ਕਿਵੇਂ ਬਣਿਆ ਹੁੰਦਾ, ਦੋ ਸ਼ਹਿਰਾਂ ਨੂੰ ਆਪਸ ਦੇ ਵਿੱਚ ਜੋੜ ਦਿੰਦਾ ਨਾ, ਮੰਨ ਲਓ ਨਦੀ ਦੇ ਉੱਪਰ ਬ੍ਰਿਜ ਬਣਿਆ। ਸੋ ਡਿਫਰੈਂਟ ਸਿਟੀ ਸੀਗੀ, ਦੋਨਾਂ ਨੂੰ ਉਹਨੇ ਕਨੈਕਟ ਕਰਤਾ। ਸੋ ਇਸੇ ਤਰ੍ਹਾਂ ਬ੍ਰਿਜ ਕੀ ਹੈ, ਇਹਨੇ ਡਿਫਰੈਂਟ ਲੈਨਸ ਨੂੰ ਕਨੈਕਟ ਕਰਕੇ ਇੱਕ ਵੱਡਾ ਬਿੱਗਰ ਲੈਨ ਬਣਾਤਾ, ਠੀਕ ਹੈ ਜੀ। ਸੋ ਮੈਂ ਤੁਹਾਨੂੰ ਇਹਦੀ ਇਮੇਜ ਵਗੈਰਾ ਵੀ ਦਿਖਾ ਦੇਣਾ, ਠੀਕ ਹੈ। ਸੋ ਦੇਖੋ ਜੀ ਇੱਥੇ ਲੈਨ 1 ਦਿੱਤਾ ਹੈ, ਲੈਨ 2 ਦਿੱਤਾ ਹੈ। ਸੋ ਇਹ ਦੇਖੋ ਲੈਨ 1 ਅਤੇ ਲੈਨ 2 ਨੂੰ ਆਪਸ ਦੇ ਵਿੱਚ ਜੋੜ ਰਿਹਾ, ਠੀਕ ਹੈ। ਉਹਨਾਂ ਨੂੰ ਇੱਕ ਬਿੱਗ ਲੈਨ ਬਣਾ ਰਿਹਾ, ਠੀਕ ਹੈ ਜੀ। ਸੋ ਇਸ ਚੀਜ਼ ਨੂੰ ਬੋਲਦੇ ਜੀ ਬ੍ਰਿਜ, ਠੀਕ ਹੈ। ਆ ਬ੍ਰਿਜ ਕਨੈਕਟ ਦਾ ਡਿਫਰੈਂਟ ਕੰਪੋਨੈਂਟਸ ਸੋ ਦੈਟ ਦੇ ਅਪੀਅਰ ਐਜ਼ ਅ ਪਾਰਟ ਆਫ ਅ ਸਿੰਗਲ ਨੈਟਵਰਕ, ਠੀਕ ਹੈ। ਔਰ ਬ੍ਰਿਜ ਕਿਹੜੀ ਲੇਅਰ ਦੇ ਉੱਪਰ ਕੰਮ ਕਰਦੇ ਆ, ਬ੍ਰਿਜ ਵੀ ਕਿਹੜੀ ਲੇਅਰ ਦੇ ਉੱਪਰ ਕੰਮ ਕਰਦੇ, ਸੈਕਿੰਡ ਲੇਅਰ, ਠੀਕ ਹੈ ਜੀ। ਬ੍ਰਿਜ ਆਪਰੇਟ ਐਟ ਦਾ ਸੈਕਿੰਡ ਲੇਅਰ ਕਿਹੜੀ ਹੁੰਦੀ ਹੈ, ਡਾਟਾ ਲਿੰਕ ਲੇਅਰ, ਠੀਕ ਹੈ। ਸੋ ਇਹ ਵੀ ਇੱਕ ਸੈਪਰੇਟ ਟੌਪਿਕ ਹੈ OSI ਮਾਡਲ ਦਾ, ਜਿਹਦੇ ਵਿੱਚ 7 ਲੇਅਰਸ ਹੁੰਦੀਆਂ ਨੇ। ਇਹ 7 ਲੇਅਰ ਮੈਂ ਤੁਹਾਨੂੰ ਕਰਾਊਂਗਾ ਕਿ ਕਿਹੜੀ ਲੇਅਰ ਕੀ ਕੰਮ ਕਰਦੀ ਹੈ, ਠੀਕ ਹੈ। ਇੱਕ ਡਿਫਰੈਂਟ ਟੌਪਿਕ ਹੈ, ਸੋ ਇਹ ਵੀ ਆਪਾਂ ਕਵਰ ਕਰਾਂਗੇ। ਦੇਖਦੇ ਨੈਕਸਟ ਕੁਐਸਚਨ ਹੁੰਦਾ ਹੈ ਜੀ, ਵਿਚ ਆਫ ਦਾ ਫੋਲੋਇੰਗ ਡਿਵਾਈਸ ਇਜ਼ ਯੂਜ਼ ਟੂ ਕਨਵਰਟ ਡਾਟਾ ਇਨਟੂ ਸਿਗਨਲ, ਠੀਕ ਹੈ। ਡਾਟਾ ਨੂੰ ਸਿਗਨਲ ਦੇ ਵਿੱਚ ਕਨਵਰਟ ਕਰਨਾ ਅਸੀਂ ਯੂਜ਼ ਕਰਾਂਗੇ ਜੀ ਮੋਡਮ, ਠੀਕ ਹੈ ਜੀ। ਸੋ ਡਾਟਾ ਪਹਿਲਾਂ ਤੁਹਾਡਾ ਡਿਜੀਟਲ ਫਾਰਮ 'ਚ ਹੁੰਦਾ, ਫਿਰ ਉਹਨੂੰ ਐਨਾਲੌਗ 'ਚ ਕਨਵਰਟ ਕਰ ਦਿੰਦਾ ਜੀ ਮੋਡਮ। ਜਦੋਂ ਉੱਥੇ ਪਹੁੰਚ ਜਾਂਦਾ ਜਿਹੜੇ ਕੰਪਿਊਟਰ ਕੋਲ ਭੇਜਣਾ ਸੀ, ਫਿਰ ਉਹ ਐਨਾਲੌਗ ਨੂੰ ਕਨਵਰਟ ਕਰਕੇ ਡਿਜੀਟਲ ਦੇ ਵਿੱਚ ਕਨਵਰਟ ਕਰ ਦਿੰਦਾ, ਫਿਰ ਡਾਟਾ ਤੁਹਾਡਾ ਕੰਪਿਊਟਰ ਦੇ ਵਿੱਚ ਰਿਸੀਵ ਹੋ ਜਾਂਦਾ, ਠੀਕ ਹੈ ਜੀ। ਸੋ ਇਹ ਕੰਮ ਕਰਦਾ ਜੀ ਮੋਡਮ। ਸੋ ਦੇਖਦੇ ਨੈਕਸਟ ਕੁਐਸਚਨ। ਸੋ ਨੈਕਸਟ ਕੁਐਸਚਨ ਹੈਗਾ ਜੀ, ਵਿਚ ਆਫ ਦੀ ਸਟੈਂਡਰਡ ਇਜ਼ ਯੂਜ਼ ਟੂ ਡਿਫਾਈਨ ਦਾ ਈਥਰਨੈਟ ਬੇਸਡ ਨੈਟਵਰਕ, ਠੀਕ ਹੈ ਜੀ। ਸੋ ਇਹਨਾਂ ਦੇ ਵਿੱਚੋਂ ਕਿਹੜਾ ਸਟੈਂਡਰਡ ਹੈ ਜਿਹੜਾ ਈਥਰਨੈਟ ਬੇਸਡ ਨੈਟਵਰਕ ਨੂੰ ਡਿਫਾਈਨ ਕਰਦਾ ਹੈ। ਇਹ ਵਾਲਾ ਕੁਐਸਚਨ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਇਹ ਡਿਫਾਈਨ ਕਰਦਾ ਜੀ 802.3, ਠੀਕ ਹੈ ਜੀ। ਈਥਰਨੈਟ ਬੇਸਡ ਨੈਟਵਰਕ, ਈਥਰਨੈਟ ਕੀ ਹੈ, ਜਦੋਂ ਤੁਸੀਂ ਇੱਕ ਵਾਇਰ ਆਉਂਦੀ ਹੈ, ਠੀਕ ਹੈ, ਵਾਇਰ ਦੇ ਨਾਲ ਕੰਪਿਊਟਰ ਨੂੰ ਆਪਸ ਦੇ ਵਿੱਚ ਜੋੜ ਦਿੰਦੇ ਹੋ, ਠੀਕ ਹੈ, ਵਾਇਰਸ ਦੇ ਨਾਲ, ਉਸ ਨੂੰ ਬੋਲਦੇ ਜੀ ਈਥਰਨੈਟ ਨੈਟਵਰਕ, ਠੀਕ ਹੈ। ਸੋ ਇਹਦਾ ਇਹਨਾਂ ਨੇ ਸਟੈਂਡਰਡ ਕੀ ਡਿਫਾਈਨ ਕੀਤਾ ਹੋਇਆ 802.3, ਠੀਕ ਹੈ, 802.3। ਅਗਰ ਇੱਥੇ ਲਿਖਿਆ ਹੁੰਦਾ ਵਾਇਰਲੈਸ ਲੋਕਲ ਏਰੀਆ ਨੈਟਵਰਕ, ਠੀਕ ਹੈ, ਜਿਹੜਾ ਮੈਂ ਤੁਹਾਨੂੰ ਪਹਿਲਾਂ ਕਰਾਇਆ ਸੀ ਵਾਇਰਲੈਸ, ਉਹਦੇ ਲਈ ਕਿਹੜਾ ਕੋਡ ਹੈ 802.11, ਠੀਕ ਹੈ। ਈਥਰਨੈਟ ਲਈ ਹੈਗਾ 802.3 ਔਰ ਵਾਇਰਲੈਸ ਲਈ ਹੈਗਾ ਜੀ 802.11, ਠੀਕ ਹੈ। ਦੋਨੋਂ ਕੋਡ ਯਾਦ ਰੱਖਣੇ। IEEE ਇਹਦੀ ਫੁੱਲ ਫੋਰਮ ਵੀ ਤੁਹਾਨੂੰ ਦੱਸ ਦੇਣਾ, ਇਹਦੀ ਫੁੱਲ ਫੋਰਮ ਹੁੰਦੀ ਹੈ ਇੰਸਟੀਟਿਊਟ ਆਫ ਇਲੈਕਟ੍ਰੀਕਲ ਐਂਡ ਇਲੈਕਟ੍ਰੋਨਿਕ ਇੰਜੀਨੀਅਰ, ਠੀਕ ਹੈ। ਇਹ ਇੱਕ ਇੰਸਟੀਟਿਊਟ ਹੈ ਜਿਹਨੇ ਕਿ ਇਹ ਸਟੈਂਡਰਡ ਡਿਫਾਈਨ ਕੀਤੇ ਹੋਏ ਨੇ, ਠੀਕ ਹੈ। ਇਹ ਦੋਨੋਂ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਨੇ, ਮਤਲਬ ਕਾਫੀ ਵਾਰੀ ਐਗਜ਼ਾਮ ਦੇ ਵਿੱਚ ਰਿਪੀਟ ਹੁੰਦੇ ਆ ਇਹ ਕੁਐਸਚਨ ਇਸ ਤਰ੍ਹਾਂ ਦੇ, ਠੀਕ ਹੈ ਜੀ। ਸੋ ਨੈਕਸਟ ਦੇਖੋ UDP ਕੀ ਹੁੰਦਾ, ਵਟ ਡਜ਼ UDP ਸਟੈਂਡ ਫੋਰ। UDP ਕਹਿ ਦਿੰਦੇ ਆ ਜੀ ਯੂਜ਼ਰ ਡਾਟਾਗ੍ਰਾਮ ਪ੍ਰੋਟੋਕੋਲ, ਠੀਕ ਹੈ ਜੀ। ਯੂਜ਼ਰ ਡਾਟਾਗ੍ਰਾਮ ਪ੍ਰੋਟੋਕੋਲ, ਠੀਕ ਹੈ। ਹੁਣ ਦੋ ਤਰ੍ਹਾਂ ਦੇ ਪ੍ਰੋਟੋਕੋਲ ਹੁੰਦੇ, ਇੱਕ ਹੁੰਦਾ ਜੀ TCP, ਠੀਕ ਹੈ, ਇੱਕ ਹੁੰਦਾ ਜੀ TCP ਟਰਾਂਸਮਿਸ਼ਨ ਕੰਟਰੋਲ ਪ੍ਰੋਟੋਕੋਲ, ਔਰ ਇੱਕ ਹੁੰਦਾ UDP ਯੂਜ਼ਰ ਡਾਟਾਗ੍ਰਾਮ ਪ੍ਰੋਟੋਕੋਲ। ਸੋ ਇਹ ਟੌਪਿਕ ਵੀ ਬਹੁਤ ਇੰਪੋਰਟੈਂਟ ਹੈ, ਮੈਂ ਤੁਹਾਨੂੰ ਡਿਟੇਲ ਕਰਾਉਣਾ ਦੋਨਾਂ ਦੀ। TCP ਅਤੇ UDP ਦੇ ਵਿੱਚ ਫਰਕ ਕੀ ਹੈ, ਪਹਿਲਾਂ ਮੈਂ ਤੁਹਾਨੂੰ TCP ਕਰਾਉਣਾ, TCP ਜ਼ਿਆਦਾ ਇੰਪੋਰਟੈਂਟ ਹੈ, ਠੀਕ ਹੈ। ਸੋ TCP ਕੀ ਹੁੰਦਾ, TCP ਦੀ ਫੁੱਲ ਫਾਰਮ ਹੁੰਦੀ ਹੈ ਟਰਾਂਸਮਿਸ਼ਨ ਕੰਟਰੋਲ ਪ੍ਰੋਟੋਕੋਲ, ਠੀਕ ਹੈ ਜੀ। ਇਟ ਇਜ਼ ਅ ਕਮਿਊਨੀਕੇਸ਼ਨ ਪ੍ਰੋਟੋਕੋਲ ਯੂਜ਼ਿੰਗ ਵਿਚ ਡਾਟਾ ਇਜ਼ ਟਰਾਂਸਮਿਟਡ ਬਿਟਵੀਨ ਸਿਸਟਮਸ ਓਵਰ ਅ ਨੈਟਵਰਕ, ਠੀਕ ਹੈ। ਇਹ ਇੱਕ ਕਮਿਊਨੀਕੇਸ਼ਨ ਪ੍ਰੋਟੋਕੋਲ ਹੈ ਜਿਹਦੇ ਥਰੂ ਕਿ ਆਪਾਂ ਡਾਟਾ ਇੱਕ ਕੰਪਿਊਟਰ ਤੋਂ ਦੂਜੇ ਕੰਪਿਊਟਰ 'ਤੇ ਸੈਂਡ ਕਰ ਸਕਦੇ ਹਾਂ, ਠੀਕ ਹੈ ਜੀ। ਇਨ ਦਿਸ ਡਾਟਾ ਇਜ਼ ਟਰਾਂਸਮਿਟਡ ਇਨ ਦਾ ਫਾਰਮ ਆਫ ਪੈਕੇਟਸ, ਠੀਕ ਹੈ। ਡਾਟਾ ਕਿਸ ਤਰ੍ਹਾਂ ਸੈਂਡ ਕਰਦੇ ਹਾਂ, ਇਨ ਦਾ ਫਾਰਮ ਆਫ ਪੈਕੇਟਸ। ਜਿਵੇਂ ਕੋਈ ਡਾਟਾ ਸੈਂਡ ਕਰਨਾ ਹੈ 1 GB ਦਾ ਜਾਂ 1 MB ਦਾ, ਠੀਕ ਹੈ, ਉਹ ਸਮੋਲ ਕੇ 1 KB ਇਸ ਤਰ੍ਹਾਂ ਛੋਟੇ ਛੋਟੇ ਪੈਕੇਟਸ ਬਣਾ ਦੇਗਾ ਔਰ ਸੈਂਡ ਕਰੀ ਚੱਲੇਗਾ। ਇਹਦੇ ਵਿੱਚ ਕੀ ਹੈ, ਇਟ ਇਨਕਲੂਡਸ ਐਰਰ ਚੈਕਿੰਗ, ਠੀਕ ਹੈ। ਐਰਰ ਚੈਕਿੰਗ ਕਰਦਾ ਵੀ ਕੋਈ ਐਰਰ ਤਾਂ ਨਹੀਂ ਆ ਰਹੀ ਰਸਤੇ ਦੇ ਵਿੱਚ।
ਐਂਡ ਗਰੰਟੀ ਦਾ ਡਿਲੀਵਰੀ ਐਂਡ ਪ੍ਰਜ਼ਰਵੈਂਸ ਦਾ ਆਰਡਰ ਆਫ ਡਾਟਾ ਪੈਕੇਟਸ। ਇਹ ਗਰੰਟੀ ਕਰਦਾ ਕਿ ਜਿਹੜਾ ਤੁਸੀਂ ਡਾਟਾ ਭੇਜਿਆ ਉਹ ਸਹੀ ਤਰ੍ਹਾਂ ਪਹੁੰਚ ਜਾਏਗਾ ਜਿੱਥੇ ਭੇਜਿਆ, ਠੀਕ ਹੈ। ਇਟ ਇਜ਼ ਅ ਕਨੈਕਸ਼ਨ ਓਰੀਐਂਟਡ ਪ੍ਰੋਟੋਕੋਲ। ਕਨੈਕਸ਼ਨ ਓਰੀਐਂਟਡ ਦਾ ਮਤਲਬ ਕਿ ਇੱਕ ਕੰਪਿਊਟਰ ਤੋਂ ਦੂਜੇ ਕੰਪਿਊਟਰ ਤੱਕ ਪਹਿਲਾਂ ਕੀ ਕਨੈਕਸ਼ਨ ਓਰੀਐਂਟ ਹੁੰਦਾ, ਠੀਕ ਹੈ। ਇੱਕ ਪਾਥ ਬਣਦਾ ਕਿ ਕਨੈਕਸ਼ਨ ਇਸਟੈਬਲਿਸ਼ ਹੋ ਗਿਆ, ਫਿਰ ਹੀ ਡਾਟਾ ਸੈਂਡ ਕਰਦਾ ਇਹ, ਠੀਕ ਹੈ। ਤਾਂ ਹੀ ਇਹਦੇ ਵਿੱਚ ਕੀ ਹੈ, ਗਰੰਟੀ ਹੁੰਦੀ ਹੈ ਕਿ ਡਾਟਾ ਤੁਹਾਡੇ ਪਹੁੰਚੇਗਾ ਹੀ ਪਹੁੰਚੇਗਾ, ਡਿਲੀਵਰੀ ਦਾ, ਠੀਕ ਹੈ। ਸੋ TCP provides the error checking। देखो ये पॉइंट रिपीट हो गया जी। So in TCP data is transmitted in particular sequence which means पैकेट्स अराइव इन ऑर्डर एट द रिसीवर, ठीक है। TCP ਦੇ ਵਿੱਚ ਕੀ ਹੈ, ਬਿਲਕੁਲ ਸੀਕੁਐਂਸ ਦੇ ਵਿੱਚ ਹੀ ਪੈਕਟ ਭੇਜਦਾ, ਠੀਕ ਹੈ। ਉੱਥੇ ਸੀਕੁਐਂਸ ਦੇ ਵਿੱਚ ਹੀ ਰਿਸੀਵ ਹੁੰਦੇ ਆ। ਇਟ ਮੀਨਸ ਕਿ ਉਹ ਡਾਟਾ ਲਾਸ ਵਗੈਰਾ ਨਹੀਂ ਹੁੰਦਾ, ਅੱਗੇ ਪਿੱਛੇ ਨਹੀਂ ਹੁੰਦੇ ਪੈਕਟਸ। ਅਗਰ ਉਲਟ ਫੁਲਟ ਹੋ ਜਾਣਗੇ ਦੇਖੋ ਫਿਰ ਉਹ ਮੈਸੇਜ ਕੀ ਸਹੀ ਨਹੀਂ ਹੋਏਗਾ, ਠੀਕ ਹੈ। ਸੋ TCP ਕੀ ਹੁੰਦਾ, ਥੋੜ੍ਹਾ ਜਿਹਾ ਸਲੋ ਹੁੰਦਾ। ਇਹ ਸਲੋ ਹੋਏਗਾ ਜਦੋਂ ਦੇਖੋ ਗਰੰਟੀ ਲੈ ਰਿਹਾ ਕਿ ਡਾਟਾ ਸੈਂਡ ਕਰਨਾ, ਪਹਿਲਾਂ ਕਨੈਕਸ਼ਨ ਬਣੇਗਾ ਫਿਰ ਹੀ ਡਾਟਾ ਸੈਂਡ ਕਰੇਗਾ, ਔਰ ਪੂਰੇ ਆਰਡਰ ਦੇ ਵਿੱਚ ਚੀਜ਼ ਭੇਜ ਰਿਹਾ, ਫਿਰ ਇਹ ਸਲੋ ਬਣ ਜਾਂਦਾ, ਠੀਕ ਹੈ। ਲੈਸ ਐਫੀਸ਼ੀਐਂਟ ਬਣ ਜਾਂਦਾ, ਪਰਫੋਰਮੈਂਸ ਥੋੜ੍ਹੀ ਲੋ ਹੋ ਜਾਂਦੀ ਹੈ, ਠੀਕ ਹੈ। ਔਰ ਹੈਵੀ ਵੇਟ ਬਣ ਜਾਂਦਾ ਇਹ ਸੌਫਟਵੇਅਰ, ਠੀਕ ਹੈ। ਪਰ ਹੈਗਾ ਇਹੀ ਬੈਸਟ ਹੈ, ਠੀਕ ਹੈ, TCP। ਔਰ ਰੀਟਰਾਂਸਮਿਸ਼ਨ ਆਫ ਡਾਟਾ ਇਜ਼ ਪੋਸੀਬਲ। ਅਗਰ ਕੋਈ ਡਾਟਾ ਲਾਸ ਹੋ ਗਿਆ ਉਸ ਨੂੰ ਰੀਟਰਾਂਸਮਿਸ਼ਨ ਵੀ ਕਰ ਸਕਦੇ ਹਾਂ, ਠੀਕ ਹੈ। TCP ਦੇ ਵਿੱਚ ਰੀਸੈਂਡ ਕਰ ਸਕਦੇ ਹਾਂ। ਹੁਣ ਦੇਖਦੇ ਆਪਾਂ UDP ਨੂੰ ਕਹਿੰਦੇ ਆ ਯੂਜ਼ਰ ਡਾਟਾਗ੍ਰਾਮ ਪ੍ਰੋਟੋਕੋਲ, ਠੀਕ ਹੈ। ਇਟ ਇਜ਼ ਸੇਮ ਐਜ਼ ਦਾ TCP ਦੀ ਤਰ੍ਹਾਂ ਸੇਮ ਹੈ, ਪਰ ਇਹਦੇ ਵਿੱਚ ਗਰੰਟੀ ਨਹੀਂ ਹੁੰਦੀ ਤੁਹਾਡਾ ਡਾਟਾ ਉੱਥੇ ਪਹੁੰਚੇਗਾ ਜਾਂ ਨਹੀਂ ਪਹੁੰਚੇਗਾ, ਠੀਕ ਹੈ। ਕੋਈ ਇਹਦੇ ਵਿੱਚ ਦੇਖੋ ਐਰਰ ਚੈਕਿੰਗ ਨਹੀਂ ਹੁੰਦੀ, ਕੋਈ ਡਾਟਾ ਰਿਕਵਰੀ ਨਹੀਂ ਹੁੰਦੀ, ਠੀਕ ਹੈ। ਅਗਰ ਡਾਟਾ ਲਾਸ ਹੋ ਗਿਆ ਤਾਂ ਹੋ ਗਿਆ, ਠੀਕ ਹੈ। ਇਹ ਕੀ ਹੈ, ਡਾਇਰੈਕਟਲੀ ਡਾਟਾ ਸੈਂਡ ਕਰਦਾ ਹੈ, ਠੀਕ ਹੈ। ਇਫ ਯੂ ਯੂਜ਼ ਦਿਸ ਪ੍ਰੋਟੋਕੋਲ ਡਾਟਾ ਵਿਲ ਬੀ ਸੈਂਟ ਕੰਟੀਨਿਊਸਲੀ, ਲਗਾਤਾਰ ਭੇਜੀ ਚੱਲੂਗਾ ਡਾਟਾ, ਇਹਨੂੰ ਕੋਈ ਨਹੀਂ ਕਨੈਕਸ਼ਨ ਓਰੀਐਂਟ ਹੋਇਆ ਨਹੀਂ ਹੋਇਆ, ਠੀਕ ਹੈ। ਇਰਰਿਸਪੈਕਟਿਵ ਆਫ ਦਾ ਇਸ਼ੂ ਇਜ਼ ਰਿਸੀਵਿੰਗ ਇਨ ਦਾ ਰਿਸੀਵਿੰਗ ਐਂਡ, ਠੀਕ ਹੈ। ਉਹ ਬੰਦੇ ਕੋਲ ਰਿਸੀਵ ਹੋਈ ਜਾਂਦਾ, ਨਹੀਂ ਹੁੰਦਾ ਡਾਟਾ ਇਹ ਭੇਜੀ ਜਾਂਦਾ ਆਪਦੇ ਕਿਨੂੰ, ਠੀਕ ਹੈ, ਜਦੋਂ ਤੱਕ ਹੁੰਦਾ ਨਹੀਂ। ਇਟ ਇਜ਼ ਕਨੈਕਸ਼ਨਲੈਸ, ਠੀਕ ਹੈ। UDP ਕੀ ਹੈ, ਕਨੈਕਸ਼ਨਲੈਸ ਹੈ। ਇਹਦੇ ਵਿੱਚ ਕਨੈਕਸ਼ਨ ਹੁੰਦਾ ਨਹੀਂ, ਐਂ ਸਿੱਧਾ ਹੀ ਡਾਟਾ ਸੈਂਡ ਕਰ ਦਿੰਦਾ, ਠੀਕ ਹੈ, ਕਨੈਕਸ਼ਨਲੈਸ ਪ੍ਰੋਟੋਕੋਲ। ਸੋ ਕੁਐਸਚਨ ਇਹੀ ਆਉਂਦਾ ਹੁੰਦਾ ਕਿ TCP ਕੀ ਹੈ, ਕਨੈਕਸ਼ਨ ਓਰੀਐਂਟਡ। ਉਹਦੇ ਵਿੱਚ ਪਹਿਲਾਂ ਕਨੈਕਸ਼ਨ ਬਣਾਉਣਾ ਪੈਂਦਾ, UDP ਦੇ ਵਿੱਚ ਕੋਈ ਕਨੈਕਸ਼ਨ ਬਣਾਉਣ ਦੀ ਲੋੜ ਨਹੀਂ, ਠੀਕ ਹੈ। ਵਾਈਲ ਔਨ ਦਾ ਅਦਰ ਹੈਂਡ UDP ਡਸ ਪ੍ਰੋਵਾਈਡ ਓਨਲੀ ਬੇਸਿਕ ਐਰਰ ਚੈਕਿੰਗ, ਠੀਕ ਹੈ। ਬੇਸਿਕ ਜੀ ਐਰਰ ਚੈਕਿੰਗ ਹੁੰਦੀ ਹੈ, ਇਹਦੇ 'ਚ ਕੋਈ ਗਰੰਟੀ ਨਹੀਂ ਹੈਗੀ ਡਾਟਾ ਤੁਹਾਡਾ ਉੱਥੇ ਪਹੁੰਚੇ ਜਾਂ ਨਹੀਂ ਪਹੁੰਚੇ, ਠੀਕ ਹੈ। ਔਰ 5ਵਾਂ ਪੁਆਇੰਟ ਦਿੱਤਾ ਹੈ, ਦੇਰ ਇਜ਼ ਨੋ ਸੀਕੁਐਂਸਿੰਗ ਆਫ ਡਾਟਾ। ਐ ਕੋਈ ਨਹੀਂ ਹੈਗਾ ਵੀ ਸੀਕੁਐਂਸ ਦੇ ਵਿੱਚ ਹੀ ਪਹੁੰਚੂਗਾ, ਠੀਕ ਹੈ। ਪੈਕਟ ਜੇ ਜਿਵੇਂ ਬਣ ਗਏ ਇਹ ਭੇਜ ਦੂਗਾ ਬਸ, ਠੀਕ ਹੈ। ਪਰ ਇਹ ਕੀ ਹੈ, ਥੋੜ੍ਹਾ ਜਿਹਾ ਐਫੀਸ਼ੀਐਂਟ ਜਾਂ ਫਾਸਟਰ ਹੋ ਜਾਂਦਾ ਹੈ। ਸੋ ਇਹ ਫਾਸਟ ਅੱਪ ਹੀ ਹੈ, ਭੇਜੀ ਜਾਂਦਾ ਡਾਟਾ, ਕੋਈ ਕਨੈਕਸ਼ਨ ਨਹੀਂ ਦੇਖਦਾ, ਕੋਈ ਐਂ ਨਹੀਂ ਦੇਖਦਾ ਆਰਡਰ 'ਚ ਜਾ ਰਿਹਾ ਕਿ ਨਹੀਂ ਹੋ ਰਿਹਾ, ਠੀਕ ਹੈ। ਪਰ ਇਹ ਫਾਸਟ ਹੈ, TCP ਨਾਲੋਂ ਕੀ ਹੈ, ਹੀ ਫਾਸਟ ਹੈ, ਠੀਕ ਹੈ ਜੀ। ਔਨ ਅਦਰ ਹੈਂਡ ਰੀਟਰਾਂਸਮਿਸ਼ਨ ਇਜ਼ ਨੋਟ ਪੋਸੀਬਲ। ਅਗਰ ਕੋਈ ਡਾਟਾ ਉੱਥੇ ਨਹੀਂ ਪਹੁੰਚਿਆ, ਕੋਈ ਪੈਕਟ ਨਹੀਂ ਪਹੁੰਚਿਆ, ਰੀਟਰਾਂਸਮਿਸ਼ਨ ਇਜ਼ ਨੋਟ ਪੋਸੀਬਲ, ਠੀਕ ਹੈ। ਇਹ ਹੈਗਾ ਸੀ ਡਿਫਰੈਂਸ ਦੋਨਾਂ ਦੇ ਵਿੱਚ। ਸੋ ਇਹ ਕਾਫੀ ਜਿਹੜਾ ਇੰਪੋਰਟੈਂਟ ਟੌਪਿਕ ਸੀਗਾ, ਮੈਂ ਤੁਹਾਨੂੰ ਕਰਵਾਤਾ ਡਿਟੇਲ ਦੇ ਵਿੱਚ, ਠੀਕ ਹੈ ਜੀ। ਸੋ ਦੇਖਦੇ ਨੈਕਸਟ ਕੁਐਸਚਨ ਹੈਗਾ ਜੀ, ਵਿਚ ਆਫ ਥੀਸ ਵੈਬ ਬਰਾਊਜ਼ਰ ਹੈਜ਼ ਦਾ ਲਾਰਜੈਸਟ ਮਾਰਕੀਟ ਸ਼ੇਅਰ, ਠੀਕ ਹੈ। ਕਿਹੜੇ ਵੈਬ ਬਰਾਊਜ਼ਰ ਦਾ ਸਭ ਤੋਂ ਜ਼ਿਆਦਾ ਮਾਰਕੀਟ ਸ਼ੇਅਰ ਹੈ, ਠੀਕ ਹੈ ਜੀ। ਐਜ, ਕ੍ਰੋਮ, ਸਫਾਰੀ, ਫਾਇਰਫੌਕਸ, ਠੀਕ ਹੈ। ਸਾਰੇ ਵੈਬ ਬਰਾਊਜ਼ਰ ਨੇ ਜਿਹੜਾ ਇੰਟਰਨੈਟ ਚਲਾਉਣ ਲਈ ਯੂਜ਼ ਕਰਦੇ ਆ। ਸਭ ਤੋਂ ਵੱਡਾ ਮਾਰਕੀਟ ਸ਼ੇਅਰ ਹੈਗਾ ਜੀ ਕ੍ਰੋਮ ਦਾ, ਜਿਸ ਨੂੰ ਬੋਲਦੇ ਜੀ ਗੂਗਲ ਕ੍ਰੋਮ, ਠੀਕ ਹੈ। ਸੋ ਗੂਗਲ ਦਾ ਪ੍ਰੋਡਕਟ ਹੈ ਜੀ ਇਹ ਗੂਗਲ ਕ੍ਰੋਮ, ਔਰ ਗੂਗਲ ਦੀ ਪੇਰੈਂਟ ਕੰਪਨੀ ਕਿਹੜੀ ਹੈ, ਅਲਫਾਬੈਟ, ਠੀਕ ਹੈ। ਅਲਫਾਬੈਟ ਕੰਪਨੀ ਹੈ ਜਿਸ ਦਾ ਇੱਕ ਛੋਟਾ ਜਿਹਾ ਪ੍ਰੋਡਕਟ ਹੈ ਜੀ ਗੂਗਲ, ਔਰ YouTube ਵੀ ਇਹਨਾਂ ਦੀ ਹੈ ਜਿਹਦੇ ਉੱਪਰ ਤੁਸੀਂ ਵੀਡੀਓ ਦੇਖ ਰਹੇ ਹੋ, ਠੀਕ ਹੈ। YouTube ਵੀ ਇਹਨਾਂ ਦੀ ਹੈ, ਗੂਗਲ ਵੀ ਇਹਨਾਂ ਦਾ, ਔਰ ਗੂਗਲ ਕ੍ਰੋਮ ਜਿਹੜਾ ਸੌਫਟਵੇਅਰ ਹੈ ਉਹ ਵੀ ਇਹਨਾਂ ਦਾ ਹੈ, ਠੀਕ ਹੈ ਜੀ। ਔਰ Gmail ਜਿਹੜੀ ਅਸੀਂ ਮੇਲ ਲਈ ਯੂਜ਼ ਕਰਦੇ ਹਾਂ, Gmail, ਇਹ ਵੀ ਇੱਕ ਗੂਗਲ ਦਾ ਹੀ ਪ੍ਰੋਡਕਟ ਹੈ, ਠੀਕ ਹੈ ਜੀ। ਸੋ ਇਹਨਾਂ ਸਾਰਿਆਂ ਦੀ ਪੇਰੈਂਟ ਕੰਪਨੀ ਕਿਹੜੀ ਹੈ, ਅਲਫਾਬੈਟ ਕੰਪਨੀ। ਔਰ ਇੱਕ ਹੋਰ ਨੈਕਸਟ ਕੁਐਸਚਨ ਦੇਖਦੇ ਹਾਂ, ਵਾਟ ਇਜ਼ ਦਾ ਕੋਡ ਨੇਮ ਗਿਵਨ ਟੂ ਐਜ ਵੈਬ ਬਰਾਊਜ਼ਰ, ਠੀਕ ਹੈ। ਇੱਕ ਐਜ ਵੈਬ ਬਰਾਊਜ਼ਰ ਹੁੰਦਾ, ਜਿਵੇਂ ਕ੍ਰੋਮ ਹੈ ਉਸ ਤਰ੍ਹਾਂ ਹੀ ਉਹਦਾ ਨਾਮ ਹੈਗਾ ਐਜ ਵੈਬ ਬਰਾਊਜ਼ਰ। ਉਹਦਾ ਇੱਕ ਹੋਰ ਨਾਮ ਵੀ ਹੈ, ਉਹਦਾ ਨਾਮ ਹੈਗਾ ਜੀ ਸਪਾਰਟਨ, ਠੀਕ ਹੈ। ਸਪਾਰਟਨ ਕਿਹੜੇ ਬਰਾਊਜ਼ਰ ਨੂੰ ਕਹਿੰਦੇ ਆ, ਐਜ ਬਰਾਊਜ਼ਰ ਨੂੰ। ਸੋ ਨੈਕਸਟ ਦੇਖੋ ਜੀ, ਵਿਚ ਆਫ ਥੀਸ ਆ ਸਰਵਰ ਸਾਈਡ ਸਕ੍ਰਿਪਟਿੰਗ ਲੈਂਗੁਏਜ। ਸਰਵਰ ਸਾਈਡ ਸਕ੍ਰਿਪਟਿੰਗ ਲੈਂਗੁਏਜ ਕਿਹੜੀ ਹੁੰਦੀ ਹੈ, PHP, ਠੀਕ ਹੈ ਜੀ। ਇੱਕ ਤਾਂ ਯੂਜ਼ਰ ਸਾਈਡ ਹੋ ਗਈ, ਇੱਕ ਸਰਵਰ ਸਾਈਡ, ਠੀਕ ਹੈ। ਹੁਣ ਤੁਸੀਂ ਕੀ ਹੈ ਦੇਖੋ, ਕੋਈ YouTube ਦੇਖ ਰਹੇ ਹੋ, ਤੁਹਾਡੀ ਯੂਜ਼ਰ ਸਾਈਡ ਹੋ ਗਈ, ਠੀਕ ਹੈ। ਇੱਕ ਹੁੰਦਾ ਜੀ ਸਰਵਰ ਸਾਈਡ, ਜਿੱਥੋਂ ਵੀਡੀਓ ਆ ਰਹੀ ਹੈ ਤੁਹਾਡੇ ਕਿੰਨੀ ਸਰਵਰ ਤੋਂ ਜਿਹੜੀ ਸਾਈਡ ਤੋਂ ਆ ਰਹੀ ਹੈ, ਠੀਕ ਹੈ। ਜਿੱਥੇ ਉਹ ਕੰਪਿਊਟਰ ਪਿਆ, ਜਿੱਥੇ ਜਿਹੜੇ ਤੁਹਾਨੂੰ ਕਿ ਇਹ ਵੀਡੀਓ ਦਿਖਾ ਰਹੇ ਆ, ਉਹ ਹੁੰਦਾ ਜੀ ਸਰਵਰ, ਠੀਕ ਹੈ ਜੀ, ਜਿੱਥੋਂ ਡਾਟਾ ਆ ਰਿਹਾ ਹੈ। ਸੋ ਸਰਵਰ ਸਾਈਡ ਦੇ ਉੱਪਰ ਇੱਕ ਸਕ੍ਰਿਪਟਿੰਗ ਹੁੰਦੀ ਹੈ, ਮਤਲਬ ਲਿਖਿਆ ਹੁੰਦਾ ਕਿਹੜੀ ਲੈਂਗੁਏਜ ਦੇ ਵਿੱਚ, ਉਹਨੂੰ ਸਕ੍ਰਿਪਟਿੰਗ ਕਹਿੰਦੇ ਆ। ਕਿਹੜੀ ਲੈਂਗੁਏਜ ਇਹਨਾਂ ਦੇ ਵਿੱਚੋਂ, PHP, ਠੀਕ ਹੈ। PHP ਕੀ ਹੈ, ਸਰਵਰ ਸਾਈਡ ਸਕ੍ਰਿਪਟਿੰਗ ਲੈਂਗੁਏਜ। ਔਰ PHP ਦੀ ਫੁੱਲ ਫਾਰਮ ਕੀ ਹੁੰਦੀ ਹੈ, PHP ਦੀ ਫੁੱਲ ਫਾਰਮ ਹੁੰਦੀ ਹੈ ਹਾਈਪਰ ਟੈਕਸਟ ਪ੍ਰੀ ਪ੍ਰੋਸੈਸਰ, ਠੀਕ ਹੈ ਜੀ।
PHP ਦੀ ਫੁੱਲ ਫਾਰਮ ਕੀ ਹੈ, ਹਾਈਪਰ ਟੈਕਸਟ ਪ੍ਰੀ ਪ੍ਰੋਸੈਸਰ, ਠੀਕ ਹੈ ਜੀ। ਸੋ ਇਹੀ ਹੈ, ਇਸ ਤਰ੍ਹਾਂ ਨਹੀਂ ਹੈਗਾ ਕਿ ਤੁਸੀਂ ਕਹੋਗੇ ਇੱਥੇ ਗਲਤ ਲਿਖਿਆ ਗਿਆ। ਸੋ ਇਸ ਤਰ੍ਹਾਂ ਹੀ ਹੈ PHP ਦੀ ਫੁੱਲ ਫਾਰਮ, ਹਾਈਪਰ ਟੈਕਸਟ ਪ੍ਰੀ ਪ੍ਰੋਸੈਸਰ। ਇਟ ਇਜ਼ ਅ ਪ੍ਰੋਗਰਾਮਿੰਗ ਲੈਂਗੁਏਜ ਪ੍ਰਾਈਮਲੀ ਡਿਜ਼ਾਈਨਡ ਫॉर द ਵੈਬ ਡਿਵੈਲਪਮੈਂਟ ਟੂ ਕ੍ਰੀਏਟ ਡਾਇਨਾਮਿਕ ਵੈਬ ਪੇਜਸ। ਕਾਹਦੇ ਲਈ ਯੂਜ਼ ਕਰਦੇ ਆ ਮੋਸਟਲੀ, ਡਾਇਨਾਮਿਕ ਵੈਬ ਪੇਜਸ। ਜਿਹੜੇ ਕੋਈ ਤੁਸੀਂ ਵੈਬਸਾਈਟ ਖੋਲ੍ਹਦੇ ਹੋ, ਕੋਈ ਐਨੀਮੇਸ਼ਨ ਵਗੈਰਾ ਸ਼ੋ ਹੁੰਦੇ ਨੇ, ਸੋ ਉਹਨਾਂ ਨੂੰ ਕ੍ਰੀਏਟ ਕਰਨ ਲਈ ਇਹ ਸਰਵਰ ਸਾਈਡ ਯੂਜ਼ ਕੀਤੀ ਜਾਂਦੀ ਹੈ PHP, ਠੀਕ ਹੈ ਜੀ। ਹੋਰ HTML ਵੀ ਯੂਜ਼ ਕੀਤੀ ਜਾਂਦੀ ਹੈ। HTML ਦੀ ਫੁੱਲ ਫਾਰਮ ਹੁੰਦੀ ਹੈ, ਜਿਹੜੀ ਆਪਸ਼ਨ A ਦਿੱਤੀ ਹੋਈ ਹੈ, ਹਾਈਪਰ ਟੈਕਸਟ ਮਾਰਕਅਪ ਲੈਂਗੁਏਜ। ਇਹ ਵੀ ਵੈਬਸਾਈਟ ਡਿਜ਼ਾਈਨ ਕਰਨ ਲਈ ਯੂਜ਼ ਕੀਤੀ ਜਾਂਦੀ ਹੈ। ਅਗਰ ਤੁਸੀਂ ਕਿਸੇ ਨੇ ਆਪਦੀ ਵੈਬਸਾਈਟ ਬਣਾਉਣੀ ਹੈ ਤਾਂ ਤੁਹਾਨੂੰ ਕਿ ਸਭ ਤੋਂ ਅਗਰ ਈਜ਼ੀ ਲੈਂਗੁਏਜ ਸਿੱਖਣੀ ਹੈ ਤਾਂ ਤੁਹਾਨੂੰ HTML ਸਿੱਖਣੀ ਪਏਗੀ। HTML ਦੀ ਫੁੱਲ ਫਾਰਮ ਵੀ ਕਾਫੀ ਇੰਪੋਰਟੈਂਟ ਹੈ, ਐਗਜ਼ਾਮ 'ਚ ਪੁੱਛ ਲੈਂਦੇ ਨੇ, ਹਾਈਪਰ ਟੈਕਸਟ ਮਾਰਕਅਪ ਲੈਂਗੁਏਜ, ਠੀਕ ਹੈ ਜੀ। ਸੋ ਨੈਕਸਟ ਦੇਖੋ ਜੀ, ਇਹਨਾਂ ਦੇ ਵਿੱਚੋਂ ਕਹਿੰਦਾ ਰਸ਼ੀਅਨ ਸਰਚ ਇੰਜਨ ਕਿਹੜਾ ਹੈ, ਰਸ਼ੀਆ ਕੰਟਰੀ ਦਾ ਸਰਚ ਇੰਜਨ ਕਿਹੜਾ ਹੈ, ਯੈਂਡੈਕਸ, ਠੀਕ ਹੈ। ਯੈਂਡੈਕਸ ਸਰਚ ਇੰਜਨ ਕਿਹੜੀ ਆਪਣੀ ਕੰਟਰੀ ਦਾ, ਰਸ਼ੀਆ ਦਾ। ਰਸ਼ੀਆ ਕਿ ਵਰਲਡ ਦੀ ਸਭ ਤੋਂ ਵੱਡੀ ਕੰਟਰੀ ਹੈ, ਜਿਸ ਦੀ ਕੈਪੀਟਲ ਹੈਗੀ ਜੀ ਮੋਸਕੋ, ਠੀਕ ਹੈ। ਔਰ ਇੱਥੋਂ ਦੇ ਪ੍ਰੈਜ਼ੀਡੈਂਟ ਕੌਣ ਨੇ, ਵਲਾਦਮੀਰ ਪੁਤਿਨ। ਔਰ ਰਸ਼ੀਆ ਦੇ ਵਿੱਚ ਕਰੰਸੀ ਚੱਲਦੀ ਹੈ ਜੀ ਰਬਲ, ਠੀਕ ਹੈ ਜੀ। ਸੋ ਇਹ ਵੀ ਚੀਜ਼ਾਂ ਜ਼ਰੂਰ ਯਾਦ ਰੱਖਿਓ, ਰਸ਼ੀਆ ਸਭ ਤੋਂ ਵੱਡੀ ਕੰਟਰੀ ਇੰਪੋਰਟੈਂਟ ਹੈ। ਸੋ ਯੈਂਡਿਕਸ ਦੇਖ ਲੈਣਾ, ਯੈਂਡਿਕਸ ਹੈਗਾ ਰਸ਼ੀਆ ਦਾ। ਕੀਹੋ 360 ਇਹ ਜਿਹੜਾ ਸਰਚ ਇੰਜਨ ਚਾਈਨਾ ਦਾ। ਨੈਵੀਅਰ ਸਰਚ ਇੰਜਨ ਹੈਗਾ ਜੀ ਸਾਊਥ ਕੋਰੀਆ ਦਾ। AOL ਜਿਹੜਾ ਸਰਚ ਇੰਜਨ ਹੈ ਇਹ ਹੈਗਾ ਜੀ ਨਿਊਯਾਰਕ ਸਿਟੀ, ਠੀਕ ਹੈ, ਜੋ ਕਿ ਅਮਰੀਕਾ ਦੇ ਵਿੱਚ ਪੈਂਦੇ ਆ। ਔਰ ਇੱਕ ਇੰਡੀਆ ਦਾ ਬਰਾਊਜ਼ਰ ਵੀ ਹੈਗਾ ਜਿਹਦਾ ਨਾਮ ਹੈਗਾ ਜੀ ਐਪਿਕ, ਠੀਕ ਹੈ। ਐਪਿਕ ਬਰਾਊਜ਼ਰ ਕਿਹੜੀ ਕੰਟਰੀ ਦਾ, ਇੰਡੀਆ ਦਾ, ਠੀਕ ਹੈ ਜੀ। ਸੋ ਵੀ ਜ਼ਰੂਰ ਯਾਦ ਰੱਖਿਓ। ਵਟ ਹੈਪਨਸ ਵੈਨ ਵੀ ਪ੍ਰੈਸ ਵਿੰਡੋ ਕੀ ਪਲੱਸ D, ਠੀਕ ਹੈ। ਅਗਰ ਅਸੀਂ ਵਿੰਡੋ ਕੀ ਅਤੇ D ਨੂੰ ਇਕੱਠਿਆਂ ਨੂੰ ਪ੍ਰੈਸ ਕਰਦੇ ਹਾਂ ਕੀ ਹੋਏਗਾ, ਇਟ ਮਿਨੀਮਾਈਜ਼ ਆਲ ਦਾ ਓਪਨ ਵਿੰਡੋਜ਼। ਜਿੰਨੀਆਂ ਵੀ ਤੁਸੀਂ ਵਿੰਡੋ ਕੰਪਿਊਟਰ ਦੇ ਵਿੱਚ ਓਪਨ ਕੀਤੀਆਂ ਸਾਰੀਆਂ ਮਿਨੀਮਾਈਜ਼ ਹੋ ਜਾਣਗੀਆਂ, ਤੁਹਾਡਾ ਡੈਸਕਟਾਪ ਓਪਨ ਰਹਿ ਜਾਏਗਾ। ਇਸੇ ਕਰਕੇ D ਪ੍ਰੈਸ ਕਰਦੇ ਹਾਂ, D ਦਾ ਮਤਲਬ ਹੈਗਾ ਇੱਥੇ ਡੈਸਕਟਾਪ। ਵਿੰਡੋ ਕੀ ਪਲੱਸ D ਦਬੋਗੇ ਸਾਰੀਆਂ ਚੀਜ਼ਾਂ ਮਿਨੀਮਾਈਜ਼ ਹੋ ਜਾਣਗੀਆਂ, ਤੁਹਾਡਾ ਸ਼ੋ ਹੋਏਗਾ ਡੈਸਕਟਾਪ, ਠੀਕ ਹੈ। ਆਨਸਰ ਹੋਏਗਾ ਸਾਡਾ ਇਟ ਮਿਨੀਮਾਈਜ਼ ਓਪਨ ਵਿੰਡੋਜ਼, ਠੀਕ ਹੈ ਜੀ। ਵਿੰਡੋ ਕੀ ਹੁੰਦੀ ਆ ਹੁਣ ਤੁਹਾਨੂੰ ਇਹ ਨਹੀਂ ਪਤਾ ਹੋਏਗਾ, ਠੀਕ ਹੈ। ਸੋ ਕੀਬੋਰਡ ਦੇ ਉੱਪਰ ਦੇਖੋ ਇੱਕ ਆ ਬਟਨ ਦਿੱਤਾ ਹੁੰਦਾ, ਦੇਖੋ ਸੈਂਟਰ ਦੇ ਵਿੱਚ ਨਾ, ਇੱਧਰ ਲੈਫਟ ਦੇ ਉੱਤੇ ਕੰਟਰੋਲ ਕੀ, ਵਿਚਾਲੇ ਦਿੱਤੀ ਹੈ ਇਸ ਬਟਨ ਨੂੰ ਬੋਲਦੇ ਜੀ ਵਿੰਡੋ ਕੀ, ਨਾਲ ਦਿੱਤੀ ਹੋਈ ਜੀ ਆਲਟ ਕੀ, ਠੀਕ ਹੈ ਜੀ। ਸੋ ਕੰਟਰੋਲ ਕੀ ਅਤੇ ਆਲਟ ਕੀ ਨੂੰ ਇੱਕ ਹੋਰ ਕੀਜ਼ ਵੀ ਕਹਿੰਦੇ ਨੇ, ਉਹਨਾਂ ਨੂੰ ਕਹਿੰਦੇ ਮੋਡੀਫਾਇਰ ਕੀਜ਼, ਠੀਕ ਹੈ। ਮੋਡੀਫਾਇਰ ਕੀਜ਼ ਕਿਹੜੇ ਨੇ, ਕੰਟਰੋਲ ਐਂਡ ਆਲਟ, ਦੀਜ਼ ਆਰ ਮੋਡੀਫਾਇਰ ਕੀਜ਼। ਔਰ ਵਿਚਾਲੇ ਦਿੱਤੀ ਹੋਈ ਹੈ ਜੀ ਵਿੰਡੋ ਕੀ। ਅਗਰ ਵਿੰਡੋ ਦੇ ਨਾਲ ਤੁਸੀਂ D ਪ੍ਰੈਸ ਕਰੋਗੇ ਡੈਸਕਟਾਪ ਸ਼ੋ ਹੋਏਗਾ। ਨੈਕਸਟ ਦੇਖੋ, ਵੇਅਰ ਆਰ ਫਾਈਲਸ ਮੂਵਡ ਇਨ ਵਿੰਡੋ ਆਫਟਰ ਡਿਲੀਸ਼ਨ। ਕਹਿੰਦੇ ਅਗਰ ਤੁਸੀਂ ਕੋਈ ਫਾਈਲ ਡਿਲੀਟ ਕਰਦੇ ਨੇ ਉਹ ਕਿੱਥੇ ਮੂਵ ਕਰ ਜਾਂਦੀ ਹੈ, ਉਹ ਮੂਵ ਕਰ ਜਾਂਦੀ ਹੈ ਜੀ ਰਿਸਾਈਕਲ ਬਿਨ ਦੇ ਵਿੱਚ, ਠੀਕ ਹੈ। ਰਿਸਾਈਕਲ ਬਿਨ ਕੀ ਹੁੰਦਾ, ਰਿਸਾਈਕਲ ਬਿਨ ਹੁੰਦਾ ਇਟ ਇਜ਼ ਲਾਈਕ ਅ ਡਸਟਬਿਨ, ਠੀਕ ਹੈ। ਤੁਸੀਂ ਕਮਰੇ 'ਚ ਬੈਠੇ ਹੋ, ਕੋਈ ਨੋਟਸ ਬਣਾ ਰਹੇ, ਕੋਈ ਗਲਤ ਬਣ ਗਿਆ ਪੇਜ, ਤੁਸੀਂ ਪਾੜ ਕੇ ਡਸਟਬਿਨ 'ਚ ਸਿੱਟਤਾ, ਠੀਕ ਹੈ, ਸਿੱਟਦਾ ਡਸਟਬਿਨ 'ਚ। ਫਿਰ ਤੁਹਾਨੂੰ ਲੱਗਿਆ ਯਾਰ ਨੋਟਸ ਤਾਂ ਕੰਮ ਦਾ ਸੀਗਾ, ਠੀਕ ਹੈ, ਕੰਮ ਦਾ ਸੀ। ਤੁਸੀਂ ਜਾਓਗੇ ਡਸਟਬਿਨ ਦੇ ਵਿੱਚ ਉਹ ਪੇਜ ਕੱਢ ਲਿਆਓਗੇ, ਠੀਕ ਹੈ। ਕਿੰਨਾ ਕੁ ਟਾਈਮ ਕੱਢ ਲਿਆਓਗੇ, ਜਿੰਨਾ ਚਿਰ ਉਹ ਡਸਟਬਿਨ ਦੇ ਵਿੱਚ ਪਿਆ, ਠੀਕ ਹੈ। ਅਗਰ ਕੀ ਤੁਹਾਡੇ ਮੋਮ ਨੇ ਅਗਲੇ ਦਿਨ ਡਸਟਬਿਨ ਵੀ ਖਾਲੀ ਕਰਤਾ, ਫਿਰ ਤਾਂ ਨਹੀਂ ਤੁਹਾਨੂੰ ਉਹ ਪੇਜ ਲੱਭੇਗਾ, ਨੋਟਸ ਵਾਲਾ ਨਹੀਂ ਲੱਭੇਗਾ, ਠੀਕ ਹੈ ਜੀ। ਸੋ ਇਸ ਤਰ੍ਹਾਂ ਹੀ ਕੰਪਿਊਟਰ ਦੇ ਵਿੱਚ ਕੰਸੈਪਟ ਬਣਾਇਆ ਹੈ, ਇਹ ਰਿਸਾਈਕਲ ਬਿਨ ਹੁੰਦਾ ਹੈ। ਅਗਰ ਤੁਸੀਂ ਕੋਈ ਵੀ ਫਾਈਲ ਡਿਲੀਟ ਕਰ ਦਿੰਦੇ ਹੋ ਉਹ ਚਲੀ ਜਾਂਦੀ ਜੀ ਰਿਸਾਈਕਲ ਬਿਨ ਦੇ ਵਿੱਚ, ਠੀਕ ਹੈ। ਉਨਾ ਚਿਰ ਪਈ ਰਹੇਗੀ ਜਿੰਨਾ ਚਿਰ ਤੁਸੀਂ ਰਿਸਾਈਕਲ ਬਿਨ ਨੂੰ ਖਾਲੀ ਨਹੀਂ ਕਰਦੇ। ਜਦੋਂ ਤੁਸੀਂ ਰਿਸਾਈਕਲ ਬਿਨ ਦੇ ਵਿੱਚੋਂ ਵੀ ਡਿਲੀਟ ਕਰਤੀ, ਇਟ ਮੀਨਸ ਉਹ ਪਰਮਾਨੈਂਟ ਡਿਲੀਟ ਹੋ ਗਈ, ਫਿਰ ਉਹ ਫਾਈਲ ਕਦੇ ਵੀ ਵਾਪਸ ਨਹੀਂ ਆਏਗੀ, ਠੀਕ ਹੈ ਜੀ। ਸੋ ਇਹ ਰਿਸਾਈਕਲ ਬਿਨ ਜ਼ਰੂਰ ਯਾਦ ਰੱਖਣਾ ਤੁਸੀਂ। ਵੇਅਰ ਆਰ ਫਾਈਲ ਮੂਵਡ ਵੈਨ ਯੂ ਡਿਲੀਟ ਦਾ ਫਾਈਲ, ਇਹ ਕਿੱਥੇ ਚਲੇ ਜਾਂਦੇ ਨੇ, ਰਿਸਾਈਕਲ ਬਿਨ ਦੇ ਵਿੱਚ। ਨੈਕਸਟ ਕੁਐਸਚਨ ਦੇਖੋ, ਨੈਕਸਟ ਹੈਗਾ ਜੀ ਵਿਚ ਆਫ ਦਿਸ ਇਜ਼ ਨੋਟ ਆ ਨੇਮ ਆਫ ਵੈਬ ਬਰਾਊਜ਼ਰ। ਇਹਨਾਂ ਵਿੱਚੋਂ ਕਿਹੜਾ ਵੈਬ ਬਰਾਊਜ਼ਰ ਨਹੀਂ ਹੈਗਾ, Kmelonon ਇਹ ਇੱਕ ਵੈਬ ਬਰਾਊਜ਼ਰ ਹੈ, ਅਮਾਇਆ ਇਹ ਵੀ ਵੈਬ ਬਰਾਊਜ਼ਰ ਹੈ, ਕੌਂਕਰ, ਠੀਕ ਹੈ, ਇਹ ਵੀ ਵੈਬ ਬਰਾਊਜ਼ਰ ਹੈ, ਰੈਟ ਵੈਬ ਬਰਾਊਜ਼ਰ ਨਹੀਂ ਹੈਗਾ, ਠੀਕ ਹੈ। ਇਹਨਾਂ ਨੇ ਇਹੀ ਪੁੱਛਿਆ ਸੀ ਕਿਹੜਾ ਨਹੀਂ ਹੈਗਾ, ਸੋ ਸਾਡਾ ਰੈਟ ਆਨਸਰ ਬਣ ਜਾਏਗਾ। ਸੋ ਜਿਹੜੇ ਤਿੰਨੇ ਬਰਾਊਜ਼ਰ ਦਿੱਤੇ ਨਾਮ ਤੁਸੀਂ ਸੁਣੇ ਹੀ ਨਹੀਂ ਹੋਣੇ, ਸੁਣਨੇ ਕਿੱਥੋਂ ਯਾਰ, ਇਹ ਤਾਂ ਯੂਜ਼ ਹੁੰਦੇ ਸੀਗੇ 1990 ਦੇ ਵਿੱਚ, ਠੀਕ ਹੈ। ਸੋ ਉਦੋਂ ਤੋਂ ਮੇਰਾ ਜਨਮ ਵੀ ਨਹੀਂ ਹੋਇਆ ਸੀ, ਮੇਰਾ ਜਨਮ ਹੀ ਦੇਖੋ 91 ਦਾ ਹੋਇਆ ਹੈ, ਠੀਕ ਹੈ ਜੀ। ਸੋ 1991 ਦੇ ਵਿੱਚ ਮੇਰਾ ਜਨਮ ਹੈ, ਠੀਕ ਹੈ। ਸੋ ਮੇਰੇ ਤੋਂ ਜਨਮ ਦਿਨ ਤੋਂ ਪਹਿਲਾਂ ਦੇ ਬਣੇ ਹੋਏ, ਤੁਸੀਂ ਵੀ ਨਹੀਂ ਸੁਣੇ ਹੋਣੇ, ਠੀਕ ਹੈ। Kmelonon, ਅਮਾਇਆ, ਕੌਂਕਰ ਇਹ ਸਾਰੇ ਵੈਬ ਬਰਾਊਜ਼ਰ ਸੀਗੇ 90 ਸੀਰੀਜ਼ ਦੇ ਵਿੱਚ, ਠੀਕ ਹੈ। ਕਦੋਂ ਯੂਜ਼ ਹੁੰਦੇ ਸੀਗੇ, 90s ਦੇ ਵਿੱਚ। ਸੋ ਨੈਕਸਟ ਦੇਖਦੇ ਹਾਂ, ਵਿਚ ਆਫ ਦਿਸ ਲੇਆਊਟ ਇੰਜਨਸ ਵਾਜ ਯੂਜ਼ਡ ਬਾਈ ਓਪੇਰਾ ਬਿਫੋਰ ਇਟ ਟ੍ਰਾਂਜੀਸ਼ਨ ਟੂ ਬਲਿੰਕ, ਠੀਕ ਹੈ। ਸੋ ਕਹਿੰਦੇ ਕਿਹੜਾ ਜਿਹੜਾ ਲੇਆਊਟ ਇੰਜਨ ਹੈ ਪਹਿਲਾਂ ਯੂਜ਼ ਕਰਦਾ ਸੀ ਓਪੇਰਾ, ਹੁਣ ਕੀ ਯੂਜ਼ ਕਰਦਾ ਉਹ ਬਲਿੰਕ। ਪਹਿਲਾਂ ਯੂਜ਼ ਕਰਦਾ ਸੀ ਪ੍ਰਿਸਟੋ, ਠੀਕ ਹੈ। ਓਪੇਰਾ ਕੀ ਇੱਕ ਬਰਾਊਜ਼ਰ ਹੈ, ਜਿਸ ਤਰ੍ਹਾਂ ਗੂਗਲ ਕ੍ਰੋਮ ਹੈ ਉਸ ਤਰ੍ਹਾਂ ਹੀ ਹੈ।
ओपेरा भी वैब ब्राउज़र। पहला है प्रिस्टो सर्च इंजन यूज़ करता सी, हुण ये यूज़ करता जी ब्लिंक सर्च इंजन। ठीक है जी। सो जिहड़ा प्रिस्टो है, प्रिस्टो किने डिवेलप किया सी, ओपेरा सॉफ्टवेयर वालिਆਂ ने यूज़ कराया कि ਅਸੀਂ ओपेरा ਦੇ ਵਿੱਚ यूज़ कराया करेंगे। ਹੁਣ ਇਹਨਾਂ ने स्टॉप करता प्रिस्टो ਨੂੰ यूज़ करना, ਹੁਣ ये यूज़ करते हैं ब्लिंक इंजन। ठीक है, ब्लिंक लेआउट इंजन। सो नैक्सट है जी, वट इज़ द नेम ऑफ फर्स्ट वैब ब्राउज़र। सब तो पहला वैब ब्राउज़र जिहड़ा बनया सी उसका नाम सीगा वर्ल्ड वाइड वैब। WWW की फुल फॉर्म होंदी है वर्ल्ड वाइड वैब। ठीक है जी। सब तो पहला ब्राउज़र सीगा ये 1990 ਦੇ ਵਿੱਚ ਬਣਾਇਆ ਸੀਗਾ सर टिम बर्नर्स-ली। ठीक है, बंदे का नाम तो है टिम बर्नर्स-ली, पर मूहरे सर लिखा इन्होंने। ठीक है, इन्हों रिस्पैक्ट देने वास्ते। ठीक है, 1990 ਦੇ ਵਿੱਚ ਬਣਿਆ ਸੀਗਾ। लेटरली ਇਹਦਾ नाम भी इन्होंने रखता जी नैक्सस। ठीक है, बाद ਵਿੱਚ ਇਹਨੂੰ नैक्सस नाम ਦੇ ਨਾਲ ਜਾਣਿਆ ਗਿਆ। और एक होर सब तो जो इंपोर्टेंट क्वेश्चन आता होंगे WWW ਦੇ फाउंडर कौन ने, किन्ना ने फाउंड किया। टिम बर्नर्स-ली ने बनाया सी WWW। और WWW की फुल फॉर्म भी पूछ देंगे वर्ल्ड वाइड वैब। ठीक है जी। सो ये भी जरूर याद रखनी है। नैक्सट क्वेश्चन देखो, नैक्सट क्वेश्चन है विच ऑफ द फॉलोइंग वैबसाइट प्रोवाइड द ईमेल सर्विस। किहड़ी वैबसाइट है जी ईमेल सर्विस प्रोवाइड करती है, जीमेल, याहू, हॉटमेल। सो तिन्ने ही ये ईमेल सर्विस प्रोवाइड कर दी। साडा आंसर हो जाएगा ऑल ऑफ द अबव। सो नैक्सट क्वेश्चन है जी विच ऑफ द फॉलोइंग लैंग्वेज डिज़ाइन स्पैशली फॉर वैबसाइट एनीमेशन। ठीक है, वैबसाइट के उपर अगर एनीमेशन दिखाने ने, मूवमेंट्स दिखानियां ने। ठीक है, कोई चीज़ां मूव करदे देखते ना तुसीं स्क्रीन के उपर, जिस तरह हैप्पी बर्थडे लिखा होंदा अजकल, वो मूवमेंट जियां चल रही होंदे ने, सोहणे सोहणे कैंडल चल रही होंदियां, उस चीज़ नूं बोलदे जी एनीमेशन। किसी वैबसाइट के उपर तुसीं एनीमेशन दिखाने हैं तो किहड़ी लैंग्वेज यूज़ करोगे, एक्शन स्क्रिप्ट। ठीक है, अगर तुसीं आपदी वैबसाइट बनाई है उत्थे एनीमेशन दिखाने हैं, किहड़ी स्क्रिप्ट यूज़ करोगे, एक्शन स्क्रिप्ट। नैक्सट देखो जी, विच कंपनी इज़ कंसीडर एज द वन ऑफ द बिग 4 टैक्नोलॉजी कंपनीज़। सो साडे पूरे वर्ल्ड दियां 4 बिग 4 टैक्नोलॉजी कंपनीज़ ने। सो किहड़ी कंपनी इन्हां दे विच, याहू, ट्विटर, फेसबुक, ऑल ऑफ द अबव। ठीक है, सो इन्हां दे विचों साडा आंसर हैगा जी फेसबुक। ठीक है, फेसबुक की जिहड़ियां पहलियां 4 बिगेस्ट कंपनी ने पूरे वर्ल्ड दे विच, उन्हां दे विच आउंदी है फेसबुक। ठीक है, सो हुण तुसीं कहोगे 4 किहड़ियां ने। ठीक है, ये किहड़े ने जी, गूगल, फेसबुक, एमाजोन तो एप्पल। ठीक है, सो ये 4 जिहड़ियां कंपनी ने सब तो वड्डियां कंपनी ने, बिग 4 कंपनीज़ ने, गूगल, फेसबुक, एमाजोन और एप्पल। ठीक है, सो 4 बिग कंपनीज़ ने, इन्हां दे नाम जरूर तुसीं याद रखना है। सो नैक्सट क्वेश्चन है जी वट इज़ पुश टू टॉक फीचर। पुश टू टॉक किनू कहते हैं। ठीक है, जिस तरह अगर तुसी किसी ने PUBG खेडी हुई तो उत्थे एक माइक की ऑप्शन आती है, या तो माइक ऑन रख लो। ठीक है, जिहड़ी चीज़ तुसी बोली जाओगे तो वो की है थोड़े फ्रेंड्स नूं भी सुनी जाएगी। ठीक है, और एक फंक्शन होंदा जी पुश टू टॉक। अगर तुसी पुश टू टॉक लगा देने हो, इट मीनस जिन्ना चिर तुसी बटन प्रैस करके रखोगे, सो उन्ना चिर थोड़ा मैसेज रिकॉर्ड होंदा रहेगा, वो थोड़े दूसरे फ्रेंड कोल चला जाएगा। ठीक है जी। सो जो दूसरा फ्रेंड बोलेगा फिर क्या पहले वाला सुनेगा। ठीक है, सो ये साडा आंसर बन जाएगा अलाउज द यूज़र टू बी हीयर्ड ओनली वाइल द टॉक बटन इज़ हेल्ड। ठीक है, यूज़र उदों ही सुनेगा ओनली वाइल द टॉक बटन इज़ हेल्ड। ठीक है, जो तुसी टॉक बटन के उपर प्रैस किया होया तो दूसरे यूज़र नूं उस टाइम सुनेगा, अदरवाइज तुसी कुछ भी बोली चलो नहीं सुनेगा। ठीक है, जिस तरह हुण माइक के उपर कोई बटन लग्या होवे, अगर मैं प्रैस कर रखा तो तुहानूं मेरी आवाज़ सुनी जाती है, अगर मैं बटन छड्डदा तो तुहानूं कोई आवाज़ नहीं सुनेगी, मैं कुछ भी बोली चला। ठीक है, सो यह जे बटन बोलते जी पुश टू टॉक। ठीक है, अलाउ द यूज़र टू बी हियर्ड ओनली वाइल द टॉक बटन इज़ हेल्ड। ठीक है, जो टॉक बटन दब्बिया सिर्फ उदों ही यूज़र उन्होंने सुन सकते हैं। सो नैक्सट है जी वट इज़ द मैक्सीमम जूम परसेंटेज अवेलेबल इन MS पावर पॉइंट। ठीक है, सो MS पावर पॉइंट के विच मैक्सीमम जूम कि नहीं कर सकते हो, ये कर सकते हो 400। ठीक है, मिनीमम कि नहीं कर सकते हो, घट तो घट तुसी जूम कर सकते हो 10%, और वध तो वध जी जूम कर सकते हो 400%। MS पावर पॉइंट की गल करते हैं जिहदे विच असीं प्रैजेंटेशन शो करते हैं। ठीक है जी। सो थैंक यू सो मच फॉर वॉचिंग दिस वीडियो।